Yeah, recording. Yeah. Welcome everybody. And today we're going to talk about stage 4 topic, which is a very important topic for every one of us. And the name of the topic is Do All for God's Glory. ਸਾਰਿਆਂ ਦਾ ਸਵਾਗਤ ਹੈ ਤੇ ਜੈ ਮਸੀਹ ਕੀ ਸਭ ਨੂੰ ਮੇਰੀ ਤਰਫ ਤੋਂ ਵੀ ਤੇ ਅੱਜ ਆਪਾਂ 4th ਸਟੇਜ ਦਾ ਟੌਪਿਕ ਦੇਖਣ ਜਾ ਰਹੇ ਹਾਂ ਤੇ ਉਸ ਟੌਪਿਕ ਦਾ ਨਾਮ ਹੈ ਕਿ ਸਭ ਕੁਝ ਪਰਮੇਸ਼ਰ ਦੀ ਮਹਿਮਾ ਦੇ ਲਈ ਕਰਨਾ। The important thing is to understand how we give glory to God, because there is a plus point, and if you don't give glory to God, there is a minus point of it. ਤੇ ਅੱਜ ਦਾ ਜੋ ਮੁੱਦਾ ਜੋ ਬਹੁਤ ਇੰਪੋਰਟੈਂਟ ਚੀਜ਼ ਹੈ ਅੱਜ ਆਪਾਂ ਸਮਝਾਂਗੇ ਉਹ ਹੈ ਕਿ ਪਰਮੇਸ਼ਰ ਨੂੰ ਮਹਿਮਾ ਦੇਣੀ ਕਿੱਦਾਂ ਹੈ, ਕਿਉਂਕਿ ਇਹਦੇ ਪਲੱਸ ਪੁਆਇੰਟਸ ਵੀ ਹੈ ਤੇ ਕੁਝ ਨੈਗੇਟਿਵ ਪੁਆਇੰਟਸ ਵੀ ਹੈ ਜੇ ਆਪਾਂ ਪਰਮੇਸ਼ਰ ਨੂੰ ਮਹਿਮਾ ਨਹੀਂ ਦਿੰਦੇ ਜਾਂ ਫਿਰ ਪਰਮੇਸ਼ਰ ਦੀ ਮਹਿਮਾ ਆਪਾਂ ਆਪ ਲੈਂਦੇ ਹਾਂ। All the glory belongs to God. ਸਾਰੀ ਮਹਿਮਾ ਪਰਮੇਸ਼ਰ ਦੀ ਹੀ ਹੈ। Whether we are eating, sleeping, walking, running, or even shopping. ਤੇ ਬੇਸ਼ੱਕ ਚਾਹੇ ਆਪਾਂ ਸੋ ਰਹੇ ਹਾਂ, ਚਾਹੇ ਆਪਾਂ ਚੱਲ ਰਹੇ ਹਾਂ, ਗੱਲ ਕਰ ਰਹੇ, ਚਾਹੇ ਖਾ ਰਹੇ, ਚਾਹੇ ਆਪਾਂ ਸ਼ਾਪਿੰਗ ਕਰ ਰਹੇ ਹਾਂ। As Christians, we do the things we do to honor God. ਤੇ ਇੱਕ ਮਸੀਹ ਹੋਣ ਦੇ ਨਾਤੇ ਆਪਾਂ ਉਹ ਸਭ ਚੀਜ਼ਾਂ ਕਰਦੇ ਆ ਜਿਸ ਦੇ ਦੁਆਰਾ ਪਰਮੇਸ਼ਰ ਨੂੰ ਮਹਿਮਾ ਮਿਲੇ। Not only in speech, but also in action. ਤੇ ਆਪਾਂ ਨੂੰ ਉਹ ਸਭ ਚੀਜ਼ਾਂ ਕਰਨੀਆਂ ਹੁੰਦੀਆਂ ਜਿਹਦੇ ਦੁਆਰਾ ਪਰਮੇਸ਼ਰ ਨੂੰ ਨਾ ਕਿ ਸਿਰਫ ਆਪਣੀ ਜ਼ੁਬਾਨ, ਆਪਣੀ ਜੋ ਭਾਸ਼ਾ ਉਹਦੇ ਦੁਆਰਾ ਮਹਿਮਾ ਮਿਲੇ, ਪਰ ਆਪਣੇ ਜੋ ਕੰਮ ਹੈਗੇ ਆ ਉਹਦੇ ਦੁਆਰਾ ਵੀ ਪਰਮੇਸ਼ਰ ਨੂੰ ਮਹਿਮਾ ਮਿਲੇ। Everything we do should reflect our heart's desire to please Him who created us. ਜੋ ਕੁਝ ਵੀ ਆਪਾਂ ਕਰਦੇ ਆ ਸ਼ਬਦਾਂ ਦੇ ਵਿੱਚ ਤੇ ਐਕਸ਼ਨ ਦੇ ਵਿੱਚ ਵੀ ਉਹ ਇਸ ਤਰੀਕੇ ਦਾ ਹੋਣਾ ਚਾਹੀਦਾ ਕਿ ਉਹਨੂੰ ਦੇਖ ਕੇ ਪਰਮੇਸ਼ਰ ਨੂੰ ਮਹਿਮਾ ਮਿਲੇ। When the Apostle Paul wrote to the Corinthian church, ਤੇ ਜੋ ਪੌਲਸ ਸੀਗਾ ਉਹਨੇ ਕਰੰਥੀਆਂ ਦੇ ਚਰਚ ਨੂੰ ਲਿਖਿਆ ਆਪਣੀ ਪੱਤਰੀ 'ਚ। he was determined to have them remember how great our God is. ਪੱਕਾ ਕਰਨਾ ਚਾਹੁੰਦਾ ਸੀਗਾ, ਡਿਟਰਮਿਨ ਕਰਨਾ ਚਾਹੁੰਦਾ ਸੀਗਾ ਕਿ ਪਰਮੇਸ਼ਰ ਨੂੰ ਮਹਿਮਾ ਦੇਣ ਯੋਗ ਹੋਣ ਸਾਰੇ ਲੋਕ, ਜੋ ਵੀ ਉਹ ਕਰ ਰਹੇ ਨੇ ਉਹ ਪਰਮੇਸ਼ਰ ਨੂੰ ਮਹਿਮਾ ਦੇਣ ਵਾਲੇ ਹੋਣ। Let's look at 1 Corinthians chapter 10 verse 31. ਤੇ ਆਪਾਂ ਦੇਖਦੇ 1 ਕਰੰਥੀਆਂ ਦਾ 10ਵਾਂ ਚੈਪਟਰ ਦੇਖਦੇ ਆ। I will read and then Priyanka will translate even the scripture. Okay? So it says, so whether you eat or drink or whatever you do, ਬੇਸ਼ੱਕ ਇੱਥੇ ਲਿਖਿਆ ਹੈ ਕਿ ਚਾਹੇ ਤੁਸੀਂ ਕੁਝ ਵੀ ਕਰਦੇ ਹੋ, ਚਾਹੇ ਤੁਸੀਂ ਖਾਤੇ ਹੋ, ਚਾਹੇ ਕੁਝ ਵੀ ਆਪਣਾ ਕੰਮ ਕਰਦੇ ਹੋ, ਪਰਮੇਸ਼ਰ ਨੂੰ ਮਹਿਮਾ ਦੇਣ ਵਾਲਾ ਹੋਵੇ। do all to the glory of God. ਸਭ ਕੁਝ ਪਰਮੇਸ਼ਰ ਨੂੰ ਮਹਿਮਾ ਦੇਣ ਦੇ ਲਈ ਕਰਨਾ ਹੈ। See, glorifying ourselves is every human's natural instinct. ਤੇ ਜਿਵੇਂ ਆਪਾਂ ਦੇਖ ਸਕਦੇ ਹਾਂ ਕਿ ਆਪਣੇ ਆਪ ਨੂੰ ਮਹਿਮਾ ਕਰਨਾ, ਆਪਣੇ ਆਪ ਦੀ ਵਡਿਆਈ ਕਰਨਾ, ਇਹ ਇੱਕ ਐਸਾ ਸੁਭਾਅ ਹੈ ਜੋ ਮਨੁੱਖ ਦੇ ਅੰਦਰ ਸ਼ੁਰੂ ਤੋਂ ਹੀ ਹੈ, ਉਹਦੇ ਸੁਭਾਅ ਦੇ ਅੰਦਰ ਹੈ ਆਪਣੇ ਆਪ ਦੀ ਪ੍ਰਸ਼ੰਸਾ ਸੁਣਨਾ। We have it within our hearts. We want to be great. ਤੇ ਇਹ ਆਪਣੇ ਦਿਲਾਂ ਦੇ ਵਿੱਚ ਹੈ ਸ਼ੁਰੂ ਤੋਂ ਕਿ ਹਰ ਮਨੁੱਖ ਦੇ ਅੰਦਰ ਉਹਦੇ ਦਿਲ ਦੇ ਵਿੱਚ ਹੈ ਕਿ ਉਹ ਆਪਣੇ ਆਪ ਨੂੰ ਇੱਕ ਮਹਾਨ ਹੋ ਕੇ ਦਿਖਾਉਣਾ ਚਾਹੁੰਦਾ ਹੈ। But when we give God the glory ਤੇ ਜਦ ਆਪਾਂ ਪਰਮੇਸ਼ਰ ਨੂੰ ਮਹਿਮਾ ਦਿੰਦੇ ਹਾਂ to everything that we do, ਹਰ ਚੀਜ਼ ਜੋ ਆਪਾਂ ਕਰਦੇ ਹਾਂ ਉਹਦੇ 'ਚ we now have given our lives a new meaning. ਤੇ ਉਹਦੇ ਨਾਲ ਕੀ ਹੈ, ਜੋ ਆਪਣੇ ਇੱਕ ਜੀਵਨ, ਆਪਣੀ ਜੋ ਲਾਈਫ ਹੈ ਉਹਨੂੰ ਉਹਦੇ ਅੰਦਰ ਇੱਕ ਨਵਾਂ ਮਤਲਬ, ਉਹਦਾ ਇੱਕ ਪਰਪਸ ਐਡ ਹੋ ਜਾਂਦਾ ਹੈ। None of these things do matter ਤੇ ਇਹ ਚੀਜ਼ਾਂ ਕਿਵੇਂ ਮਾਇਨੇ ਰੱਖਦੀਆਂ until we give God the glory. ਤੇ ਓਨੀ ਦੇਰ ਤੱਕ ਜਦ ਕਿ ਪਰਮੇਸ਼ਰ ਨੂੰ ਆਪਾਂ ਮਹਿਮਾ ਦਿੰਨੇ ਹਾਂ ਇਹ ਸਭ ਚੀਜ਼ਾਂ ਮਾਇਨੇ ਰੱਖਦੀਆਂ ਨੇ। For when we are giving God the glory, ਤੇ ਜਦ ਆਪਾਂ ਪਰਮੇਸ਼ਰ ਨੂੰ ਮਹਿਮਾ ਦੇ ਰਹੇ ਹੁੰਨੇ ਆ we are living our lives with a purpose. ਤੇ ਇਹਦਾ ਮਤਲਬ ਹੈ ਜਦ ਆਪਾਂ ਪਰਮੇਸ਼ਰ ਨੂੰ ਮਹਿਮਾ ਦੇਣਾ ਸ਼ੁਰੂ ਹੋ ਜਾਂਦੇ ਆ, ਦਿੰਨੇ ਹਾਂ, ਤੇ ਉਹਦਾ ਮਤਲਬ ਹੈ ਕਿ ਆਪਾਂ ਆਪਣੀ ਜ਼ਿੰਦਗੀ ਵਾਸਤਵ 'ਚ ਜੀ ਰਹੇ ਹਾਂ। Therefore, we are living the happiest. We are always happy. ਤੇ ਤਾਂ ਕਰਕੇ ਆਪਣੇ ਲਈ ਉਹ ਸੱਚ ਹੋ ਜਾਂਦਾ ਕਿ ਆਪਾਂ ਇੱਕ ਸੱਚਮੁੱਚ ਇੱਕ ਬੜੀ ਖੁਸ਼ੀ ਵਾਲੀ ਜ਼ਿੰਦਗੀ ਜੀ ਰਹੇ ਹਾਂ। Amen. So let us look at Isaiah. One more scripture, Isaiah chapter 42 verse 8. ਤੇ ਆਪਾਂ ਫਿਰ ਇੱਕ ਵਾਰੀ ਦੇਖਦੇ ਹਾਂ ਯਸ਼ਾਇਆ ਦੀ ਕਿਤਾਬ 'ਚੋਂ ਉਹਦਾ 14 ਚੈਪਟਰ ਤੇ
8वां वर्स 42. 40 Isaiah 42 verse 8. Yeah, Isaiah 42 verse 8. Isaiah 42 verse 8 Okay, this is what God is saying. He said, I am the Lord, that is my name. ਤੇ ਇੱਥੇ ਯਸ਼ਯਾ ਦੇ ਵਿੱਚ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਮੈਂ ਯਹੋਵਾ ਹੂੰ, ਮੇਰਾ ਨਾਮ ਯਹੀ ਹੈ। I will not give my glory to another, ਤੇ ਮੈਂ ਆਪਣੀ ਮਹਿਮਾ ਦੂਸਰੇ ਕਿਸੇ ਨੂੰ ਵੀ ਨਾ ਦੇਵਾਂਗਾ, or my praise to idols. ਤੇ ਜੋ ਸਤੁਤੀ ਮੇਰੇ ਯੋਗ ਹੈ। So God is clearly saying He will not give His glory to anybody. ਜੋ ਮੈਂ ਮੂਰਤਾਂ ਨੂੰ ਦਊਂਗਾ। ਇੱਥੇ ਪਰਮੇਸ਼ਰ ਬੜੀ ਸਾਫ਼ ਤਰੀਕੇ ਨਾਲ ਵਚਨ ਦੇ ਵਿੱਚ ਦੱਸ ਰਿਹਾ ਕਿ ਮੈਂ ਆਪਣੀ ਮਹਿਮਾ ਕਿਸੇ ਨੂੰ ਵੀ ਨਹੀਂ ਦੇਵਾਂਗਾ। So we have to be very careful what we do with the glory of God. ਤੇ ਤਾਂ ਕਰਕੇ ਇਸ ਵਚਨ ਦੇ ਮੁਤਾਬਿਕ ਆਪਾਂ ਨੂੰ ਬੜੀ ਹੀ ਕੇਅਰਫੁਲ ਹੋ ਕੇ ਚੱਲਣਾ ਹੈ ਤੇ ਦੇਖਣਾ ਹੈ ਕਿ ਆਪਾਂ ਕੋਈ ਐਸਾ ਕੰਮ ਤਾਂ ਨਹੀਂ ਕਰ ਰਹੇ ਜਿਹਦੇ ਦੁਆਰਾ ਪਰਮੇਸ਼ਰ ਨੂੰ ਮਹਿਮਾ ਨਹੀਂ ਮਿਲ ਰਹੀ ਤੇ ਕਿਸੇ ਹੋਰ ਨੂੰ ਮਿਲ ਰਹੀ ਹੈ। Now you see Lucifer at that time, his name was Lucifer before he became Satan. He was in heaven. ਤੇ ਆਪਾਂ ਦੇਖਿਆ, ਆਪਾਂ ਸੁਣਿਆ ਹੋਇਆ ਲੂਸੀਫਰ ਬਾਰੇ, ਜੋ ਸਵਰਗਦੂਤ ਸੀਗਾ ਤੇ ਜਿਹਨੂੰ ਆਪਾਂ ਸ਼ੈਤਾਨ ਕਹਿੰਦੇ ਆ, ਤੇ ਉਹ ਸਵਰਗ ਦੇ ਵਿੱਚ ਸੀਗਾ ਪਹਿਲਾਂ। Let's look at Isaiah chapter 14. We'll look from ਤੇ verse ਇਸੇ 13. ਕਿਤਾਬ ਦਾ ਯਸ਼ਯਾ ਦਾ ਆਪਾਂ 14ਵਾਂ ਚੈਪਟਰ ਦੇਖਦੇ ਹਾਂ। Isaiah 14 verse 13. ਤੇ ਉਹਦਾ ਵਰਸ 13, ਯਸ਼ਯਾ 14 ਦਾ 13। You said in your heart, I will ascend to heaven. This is Lucifer saying, I will ascend to heaven. ਤੇ ਇੱਥੇ ਲੂਸੀਫਰ ਕਹਿੰਦਾ, ਉਹਦਾ ਬਾਈਬਲ 'ਚ ਲਿਖਿਆ ਕਿ ਲੂਸੀਫਰ ਨੇ ਉੱਥੇ ਆਪਣੇ ਮਨ ਦੇ ਵਿੱਚ ਕਿਹਾ ਕਿ ਮੈਂ ਸਵਰਗ ਦੇ ਉੱਤੇ ਚੜਾਂਗਾ। I will raise my throne ਤੇ ਕਹਿੰਦਾ ਮੈਂ ਆਪਣੀ ਮਹਿਮਾ ਨੂੰ ਵਧਾਵਾਂਗਾ above the stars of God. ਤੇ ਇੰਨੀ ਵਧਾਵਾਂਗਾ ਕਿ ਉਹ ਜਿਹੜੇ ਚੰਨ ਤਾਰੇ ਹੈ ਉਹਨਾਂ ਤੋਂ ਵੀ ਉੱਚੀ ਮੇਰੀ ਮਹਿਮਾ ਹੋਵੇਗੀ। Verse 14, he says, I will ascend above the top of the clouds. ਤੇ 14ਵੇਂ ਵਚਨ 'ਚ ਅੱਗੇ ਲੂਸੀਫਰ ਕਹਿੰਦਾ ਹੈ, ਇੱਥੇ ਲਿਖਿਆ ਕਿ ਮੈਂ ਜਿਹੜੇ ਬੱਦਲ ਨੇ ਉਹਨਾਂ ਤੋਂ ਵੀ ਉੱਚੇ ਉੱਚੀ ਆਪਣੀ ਮਹਿਮਾ ਕਰਾਂਗਾ। I will make myself like the Most High God. ਤੇ ਮੈਂ ਆਪਣੇ ਆਪ ਨੂੰ ਕਿਵੇਂ ਬਣਾਵਾਂਗਾ? ਪਰਮ ਪ੍ਰਧਾਨ ਦੇ ਤੁલ્य ਬਣਾਵਾਂਗਾ। And verse 15 says, but you are brought down to the grave, to the depths of the pit. ਤੇ ਪਰ ਅੱਗੇ 15ਵੇਂ ਵਚਨ 'ਚ ਕੀ ਲਿਖਿਆ ਹੈ? परंतु तू अधोलोक में उस गड्ढे की तरह तह तक उतारा जाएगा। भी तू इन्नी अधोलोक दी इन्नी गहराई दे विच डिग्या जाएगा। Yeah. Remember the first verse, 42 verse 8, God said, I will not give my glory. But Satan wanted to take this glory. He wanted to be like God. ਤੇ ਆਪਾਂ ਪਿਛਲੇ ਵਚਨ ਦੇ ਵਿੱਚ ਆਪਾਂ ਦੇਖਿਆ, ਜੋ ਆਪਾਂ ਪਹਿਲੇ ਵਾਲੇ ਅਧਿਆਇ 'ਚ ਪੜਿਆ ਸੀਗਾ ਕਿ ਪਰਮੇਸ਼ਰ ਕਹਿੰਦੇ ਕਿ ਮੈਂ ਆਪਣੀ ਮਹਿਮਾ ਕਿਸੇ ਨੂੰ ਨਾ ਦਊਂਗਾ। ਤੇ ਹੁਣ ਇਹਨਾਂ ਵਚਨਾਂ 'ਚ ਆਪਾਂ ਦੇਖਿਆ ਕਿ ਜੋ ਸ਼ੈਤਾਨ ਹੈ, ਜੋ ਲੂਸੀਫਰ, ਉਹਦੀ ਮਹਿਮਾ ਨੂੰ ਲੈਣਾ ਚਾਹੁੰਦਾ ਸੀਗਾ। ਤੇ ਆਪਾਂ ਨੂੰ ਚੰਗੀ ਤਰ੍ਹਾਂ ਦੇਖ ਲੈਣਾ ਕਿ ਆਪਾਂ ਕੀ ਕਰ ਰਹੇ, ਆਪਾਂ ਕੀ ਸਿੱਖ ਰਹੇ ਇਸ ਵਚਨ ਤੋਂ। And we know how the situation, what happened with Lucifer. He was thrown out of heaven into the earth. ਤੇ ਆਪਾਂ ਇੱਥੇ ਦੇਖ ਸਕਦੇ ਹਾਂ ਕਿ ਲੂਸੀਫਰ ਦੇ ਨਾਲ ਜਦੋਂ ਉਹਨੇ ਉਹਦੀ ਪਰਮੇਸ਼ਰ ਦੀ ਮਹਿਮਾ ਲੈਣੀ ਚਾਹੀ ਤੇ ਉਹਦੇ ਨਾਲ ਕੀ ਹੋਇਆ? ਉਹ ਇੱਕ ਉੱਚੇ ਸਵਰਗ ਤੋਂ, ਉਚਾਈ ਤੋਂ ਥੱਲੇ ਡੇਗ ਦਿੱਤਾ ਗਿਆ। In the book of Ezekiel, chapter 28, verse 17. Ezekiel 28, verse 17. ਤੇ ਅਜ਼ਕੇਲ ਦੀ ਕਿਤਾਬ ਤੋਂ, ਯਹਜ਼ਕੇਲ ਦੀ ਕਿਤਾਬ 'ਚ ਆਪਾਂ ਦੇਖਦੇ ਹਾਂ ਉਹਦਾ 28 ਤੇ 17। This is talking about Lucifer again. It says there, your heart became proud. ਤੇ ਇੱਥੇ ਵੀ ਲੂਸੀਫਰ ਦੇ ਬਾਰੇ ਦੁਬਾਰਾ ਗੱਲ ਹੋ ਰਹੀ ਹੈ ਕਿ ਸੁੰਦਰਤਾ ਦੇ ਕਾਰਨ ਤੇਰਾ ਮਨ ਸੀਗਾ ਜਿਹੜਾ, ਕਿ ਤੇਰੇ ਆਪ ਦੀ ਖੂਬਸੂਰਤੀ ਦੇ ਕਾਰਨ ਤੇਰਾ ਮਨ ਫੁੱਲ ਉੱਠਿਆ ਹੰਕਾਰ ਦੇ ਨਾਲ। So we have to be careful of our heart. Is our heart becoming proud? ਤੇ ਤਾਂ ਕਰਕੇ ਆਪਾਂ ਨੂੰ ਬੜੀ ਹੀ ਕੇਅਰਫੁਲ ਹੋ ਕੇ ਰਹਿਣਾ ਕਿ ਆਪਣਾ ਜੋ ਦਿਲ ਹੈ, ਇੱਥੇ ਲਿਖਿਆ ਕਿ ਉਹਦਾ ਮਨ ਫੁੱਲ ਉੱਠਿਆ, ਤੇ ਆਪਾਂ ਨੂੰ ਵੀ ਧਿਆਨ ਰੱਖਣਾ ਕਿ ਕਿੱਥੇ ਆਪਣੇ ਦਿਲ ਦੇ ਵਿੱਚ, ਆਪਣੇ ਮਨ ਦੇ ਵਿੱਚ ਹੰਕਾਰ ਤੇ ਨਹੀਂ ਆ ਰਿਹਾ। Because this lesson, what we are learning today about doing all for God's glory, it's all about God. Lucifer tried to go above God. So my encouragement today, let us not try to be like Lucifer. ਕਿ ਆਪਣੇ ਆ ਵਚਨ ਤੇ ਅੱਜ ਦਾ ਜੋ ਟੌਪਿਕ ਹੈ ਉਹਨੂੰ ਦੇਖਣ ਦਾ ਇਹੀ ਮੁੱਦਾ ਹੈ। ਤੇ ਮੈਂ ਇਸੇ ਚੀਜ਼ ਨੂੰ ਐਨਕਰੇਜ ਕਰਨਾ ਚਾਹੁੰਦਾ ਕਿ ਜਿਵੇਂ ਲੂਸੀਫਰ ਨੇ ਇਸ ਚੀਜ਼ ਨੂੰ ਆਪਣੇ ਮਨ 'ਚ ਲਿਆਂਦਾ, ਰੱਖਿਆ, ਕਿ ਉਹ ਅਹੰਕਾਰ ਦੇ ਵਿੱਚ ਆਇਆ ਤੇ ਪਰਮੇਸ਼ਰ ਦੀ ਮਹਿਮਾ ਲੈਣਾ ਚਾਹੁੰਦਾ ਸੀ, ਤੇ ਆਪਾਂ ਇਸ ਵਚਨਾਂ ਤੋਂ ਸਿੱਖਣਾ ਹੈ ਕਿ ਤੇ ਆਪਣੇ ਨਾਲ ਤੇ ਇਦਾਂ ਨਹੀਂ ਹੋ ਰਿਹਾ।
I will show you another example in the Bible. Also, it's very important to see in the Bible how these people, the people who messed around with God. ਤੇ ਮੈਂ ਹੋਰ ਵੀ ਉਦਾਹਰਣ ਦੇਣਾ ਚਾਹੂੰਗਾ ਬਾਈਬਲ ਦੇ ਵਿੱਚੋਂ ਵਚਨਾਂ ਦੇ ਵਿੱਚੋਂ ਕਿ ਕੁਝ ਐਸੇ ਲੋਕਾਂ ਦਾ ਜਿਨ੍ਹਾਂ ਨੇ ਜਦੋਂ ਉਹਨਾਂ ਦੇ ਵਿੱਚ ਜਦੋਂ ਅਹੰਕਾਰ ਆਇਆ ਉਹਨਾਂ ਦੇ ਮਨ ਦੇ ਵਿੱਚ ਤੇ ਉਹਨਾਂ ਦੇ ਨਾਲ ਕੀ ਕੀ ਚੀਜ਼ਾਂ ਹੋਈਆਂ How many of you know King Herod? Just wave to me if you know King Herod. ਤੇ ਹੀਰੋਡ ਰਾਜਾ ਦੇ ਬਾਰੇ ਤੁਹਾਡੇ ਵਿੱਚ ਕੌਣ ਜਾਣਦਾ ਹੈ ਜਿਹੜਾ ਹੀਰੋਡ King ਰਾਜਾ Herod? ਸੀਗਾ ਬਾਈਬਲ 'ਚ In the New Testament, in the book of Acts. ਤੇ ਜਿਹੜੀ ਉਹ ਰਸੂਲਾਂ ਦੀ ਕਰਤੱਵ ਦੀ ਕਿਤਾਬ ਹੈ ਉਹਦੇ 'ਚ ਪੜਿਆ ਹੈ ਕਿਸੇ ਨੇ Yeah, okay. Let us open to the book of Acts, chapter 12, from verse ਤੇ ਚਲੋ 21. ਰਸੂਲਾਂ ਦੀ ਕਰਤੱਵ ਦੀ ਕਿਤਾਬ ਦੇਖਦੇ ਹਾਂ ਅਧਿਆਏ 12 King Herod was a king. ਤੇ ਇੱਥੇ ਲਿਖਿਆ ਵੀ ਉਸ ਸਮੇਂ ਦੇ ਵਿੱਚ ਹੈਰੋਦਸ ਰਾਜਾ ਸੀ Let me read. On the appointed day, Herod wearing his royal robes. ਤੇ ਨਿਰਧਾਰਿਤ ਸਮੇਂ ਦੇ ਉੱਤੇ ਕੀ ਹੋਇਆ Herod was wearing his royal robes. Excuse, pardon, brother, which is the verse? What's the verse? Chapter 12, verse 21. On the appointed 21. day. Yeah. Okay. 21 वचन ਦੇ ਵਿੱਚ ਲਿਖਿਆ ਕਿ ਠਹਿਰਾਏ ਹੋਏ दिन हेरोदेस राज वस्त्र पहनकर सिंहासन पर बैठा और उनको व्याख्यान देने लगा Sat on the throne and he was delivering a big speech to all the people. ਤੇ ਉਸ ਦਿਨ ਉਸ ਰਾਜਾ ਨੇ ਕੀ ਕੀਤਾ ਉਹ ਮਤਲਬ ਆਪਣਾ ਸੱਜ ਕੇ ਆਪਣੇ ਸਿੰਘਾਸਨ ਦੇ ਉੱਤੇ ਬੈਠਿਆ ਤੇ ਜਿਹੜੇ ਲੋਕ ਉੱਥੇ ਆਏ ਸੀ ਉਹਨਾਂ ਨੂੰ ਪ੍ਰਚਾਰ ਕਰਨ ਲੱਗਿਆ ਉਹਨਾਂ ਨੂੰ ਇੱਕ ਵੱਡਾ ਭਾਸ਼ਣ ਦੇਣ ਲੱਗਿਆ He was giving such a great speech that the people were very impressed with him. ਤੇ ਇੱਕ ਐਸਾ ਬੜਾ ਸਟਰੋਂਗ ਭਾਸ਼ਣ ਦੇ ਰਿਹਾ ਸੀ ਜਿਹਦੇ ਨਾਲ ਕਿ ਜਿਹਨੂੰ ਸੁਣ ਕੇ ਲੋਕੀ ਬੜੇ ਇੰਪ੍ਰੈਸ ਹੋ ਰਹੇ ਸੀ They shouted, "This is the voice of a God, not a man." ਤੇ 22 वचन ਦੇ ਵਿੱਚ ਲਿਖਿਆ ਕਿ तब लोग पुकार उठे यह तो मनुष्य का नहीं ईश्वर का शब्द है ਉਹ ਕਹਿਣ ਲੱਗੇ ਵੀ ਇਹ ਤਾਂ ਮਨੁੱਖ ਦਾ ਨਹੀਂ ਪਰਮੇਸ਼ਰ ਦਾ ਵਚਨ ਹੈ So just think of King Herod. He was now enjoying the people. People are talking highly about him. He was saying, "Yes, yes, yes." Yeah. ਤੇ ਇੱਕ ਵਾਰੀ ਆਪਣੇ ਆਪ ਨੂੰ ਰਾਜਾ ਹੀਰੋਡ ਦੇ ਉਹਦੇ ਉੱਪਰ ਸੋਚ ਕੇ ਦੇਖੋ ਕਿ ਉਹਨੂੰ ਐ ਲੱਗ ਰਿਹਾ ਸੀ ਕਿ ਜਿਵੇਂ ਮੈਂ ਭਾਸ਼ਣ ਦੇ ਰਿਹਾ ਤੇ ਬੜੇ ਲੋਕੀ ਇੰਪ੍ਰੈਸ ਹੋ ਰਹੇ ਤੇ ਉਹਨੂੰ ਕੀ ਫੀਲਿੰਗ ਆ ਰਹੀ ਕਿ ਮੈਂ ਹੁਣ ਸੱਚਮੁੱਚ ਮੇਰੇ ਵਚਨਾਂ ਨੂੰ ਪਰਮੇਸ਼ਰ ਦਾ ਵਚਨ ਕਿਹਾ ਜਾ ਰਿਹਾ ਹੈ The next verse is very, very interesting. Immediately, because Herod did not give praise to God, ਤੇ ਅਗਲਾ ਵਚਨ ਬੜਾ ਇੰਟਰਸਟਿੰਗ ਹੈ ਜਿਸ 'ਚ ਲਿਖਿਆ ਹੈ ਕਿ ਕਿਉਂਕਿ ਇੱਥੇ ਲਿਖਿਆ ਹੈ ਕਿ ਜੋ ਹੀਰੋਡ ਰਾਜਾ ਸੀਗਾ ਉਹ ਆਪਣੇ ਆਪ ਨੂੰ ਮਹਿਮਾ ਦੇ ਰਿਹਾ ਸੀ ਪਰਮੇਸ਼ਰ ਨੂੰ ਮਹਿਮਾ ਨਹੀਂ ਦੇ ਰਿਹਾ ਸੀ ਤੇ ਇੱਕਦਮ ਕੀ ਹੋਇਆ ਉਸ ਤੋਂ ਬਾਅਦ an angel of the Lord struck him down. ਤੇ ਇੱਥੇ ਲਿਖਿਆ ਉਸੇ क्षण ਉਸੇ ਵੇਲੇ ਪ੍ਰਭੂ ਦੇ ਇੱਕ ਸਵਰਗਦੂਤ ਨੇ ਉਹਨੂੰ ਮਾਰਿਆ He was eaten by worms and died. ਤੇ ਕਿਉਂਕਿ ਉਸਨੇ ਪਰਮੇਸ਼ਰ ਕੋ ਮਹਿਮਾ ਨਾ ਦੀ ਔਰ ਵਹ ਕੀੜੇ ਪੜ ਕੇ ਮਰ ਗਿਆ ਕਹਿੰਦੇ ਉਸੇ ਸਮੇਂ ਉਹਨੂੰ ਕੀੜੇ ਪੈ ਗਏ So let us look at this story. The king, he was giving a big speech. He was impressed. People were impressed by the big speech he was giving. ਤੇ ਆਪਾਂ ਇਸ ਕਹਾਣੀ ਨੂੰ ਚੰਗੀ ਤਰ੍ਹਾਂ ਦੇਖੀਏ ਕਿ ਕਿਸੇ ਹੀਰੋਡ ਰਾਜਾ ਸੀ ਉਹ ਬੜੀ ਇੰਪ੍ਰੈਸਿਵ ਭਾਸ਼ਣ ਦੇ ਰਿਹਾ ਸੀ ਤੇ ਆਪਣੇ ਆਪ ਨੂੰ ਮਹਿਮਾ ਦੇ ਰਿਹਾ ਸੀਗਾ ਤੇ ਉਹਦੇ ਬਾਅਦ ਕੀ ਹੋਇਆ They thought he was like a god and he was feeling excited. Yes. ਸੋਚਣ ਲੱਗਿਆ ਕਿ ਮੈਂ ਤਾਂ ਪਰਮੇਸ਼ਰ ਦੀ ਤਰ੍ਹਾਂ ਹਾਂ ਅੰਦਰੋਂ ਉਹਨੂੰ ਇਦਾਂ ਖਿਆਲ ਆਉਣ ਲੱਗੇ Immediately, the angel of the Lord struck him. ਤੇ ਦੇਖਣ ਵਾਲੀ ਗੱਲ ਕੀ ਹੈ ਕਿ ਉਸੇ क्षण ਉਸੇ ਵੇਲੇ ਉੱਥੇ ਲਿਖਿਆ ਕਿ ਜਿਵੇਂ ਹੀ ਆ ਚੀਜ਼ ਉਹਦੇ ਮਨ ਦੇ ਵਿੱਚ ਅਹੰਕਾਰ ਆਇਆ ਉਵੇਂ ਹੀ ਉਸ ਪਰਮੇਸ਼ਰ ਦੇ ਦੂਤ ਨੇ ਉਹਨੂੰ ਮਾਰ ਗਿਰਾਇਆ And it says he was eaten by worms. ਤੇ ਇੱਥੇ ਲਿਖਿਆ ਕਿ ਉਹਨੂੰ ਕੀੜੇ ਪੈ ਗਏ ਜੋ ਵਰਮਸ ਮੀਨਸ ਵੀ ਉਹਨਾਂ ਨੂੰ ਵਰਮਸ ਪੈ ਗਏ ਕੀੜੇ ਪੈ ਗਏ ਉਸ ਨੂੰ ਉਸੇ ਸਮਾਂ Yeah. So that is a horrible death. Yeah. ਤੇ ਸੱਚਮੁੱਚ ਇਹ ਇੱਕ ਬੜੀ ਹੀ ਬਦਨੁਮਾ ਮੌਤ ਹੈਗੀ ਹੈ ਖੌਫਨਾਕ ਮੌਤ ਹੈ Lesson to learn from this story of King Herod. ਤੇ ਇਸ ਰਾਜਾ ਹੀਰੋਡ ਦੀ ਇਸ ਕਹਾਣੀ ਦੇ ਵਿੱਚੋਂ ਜੋ ਚੈਪਟਰ ਜੋ ਲੈਸਨ ਆਪਾਂ ਸਿੱਖਣਾ ਹੈ ਉਹ ਹੈ Give glory to God and not yourself. ਕਿ ਪਰਮੇਸ਼ਰ ਨੂੰ ਹਮੇਸ਼ਾ ਪਰਮੇਸ਼ਰ ਨੂੰ ਹੀ ਮਹਿਮਾ ਦੇਣੀ ਹੈ ਨਾ ਕਿ ਆਪਣੇ ਆਪ Herod, King Herod, he took all the glory for himself. ਤੇ ਜੋ ਰਾਜਾ ਹੀਰੋਡ ਸੀਗਾ ਹੈਰੋਦਸ ਸੀਗਾ ਉਹਨੇ ਕੀ ਕੀਤਾ ਸੀ ਕਿ ਪਰਮੇਸ਼ਰ ਦੀ ਮਹਿਮਾ ਉਹ ਸਾਰੇ ਆਪਣੇ ਉੱਪਰ ਲੈ ਲਈ ਸੀਗੀ ਆਪਣੇ ਲਈ ਲੈ ਲਈ ਸੀ
This can happen for us in the church. ਤੇ ਜੇ ਉਸ ਰਾਜਾ ਤੋਂ ਇੰਨਾ ਹੋ ਸਕਦਾ ਹੈ ਤੇ ਫਿਰ ਇਹ ਆਪਣੇ ਨਾਲ ਵੀ ਹੋ ਸਕਦਾ ਹੈ, ਕਲੀਸਿਆ ਦੇ ਵਿੱਚ ਆਪਣੇ ਲੋਕਾਂ ਨਾਲ ਵੀ ਹੋ ਸਕਦਾ ਹੈ। You could be praying for somebody in the church. ਹੋ ਸਕਦਾ ਹੈ ਕਿ ਆਪਾਂ ਕਿਸੇ ਲਈ ਕਲੀਸਿਆ ਦੇ ਵਿੱਚ ਪ੍ਰਾਰਥਨਾ ਕਰ ਰਹੇ ਹੋਈਏ। Always remember that God is the healer, not me and you. ਤੇ ਹਮੇਸ਼ਾ ਪ੍ਰਾਰਥਨਾ ਕਰਦੇ ਸਮੇਂ ਯਾਦ ਰੱਖਣਾ ਕਿ ਜੋ ਚੰਗਾ ਕਰਨ ਵਾਲਾ ਹੈ ਉਹ ਪਰਮੇਸ਼ਰ ਹੈ, ਨਾ ਕਿ ਆਪਾਂ ਜਾਂ ਫਿਰ ਤੁਸੀਂ। If you see somebody is getting healed or somebody is getting delivered, always say glory to God. It is God that gets all the glory. ਤੇ ਜਿਵੇਂ ਹੀ ਤੁਸੀਂ ਦੇਖੋ ਕਿ ਤੁਹਾਡੀ ਪ੍ਰਾਰਥਨਾ ਦੇ ਦੁਆਰਾ ਕੋਈ ਚੰਗਿਆਈ ਪਾ ਰਿਹਾ ਜਾਂ ਫਿਰ ਚਰਚ ਦੇ ਵਿੱਚ ਲੋਕੀ ਚੰਗੇ ਹੋ ਰਹੇ ਪ੍ਰਾਰਥਨਾ ਦੁਆਰਾ, ਉਸੇ ਸਮੇਂ ਪਰਮੇਸ਼ਰ ਨੂੰ ਮਹਿਮਾ ਦੇਣੀ ਹੈ ਕਿ ਸੱਚਮੁੱਚ ਪਰਮੇਸ਼ਰ ਦੀ ਵਡਿਆਈ ਹੋਈ। Amen. So now I want to take you to a second story. ਤੇ ਹੁਣ ਮੈਂ ਦੂਸਰੀ ਕਹਾਣੀ ਦੇ ਉੱਪਰ ਤੁਹਾਨੂੰ ਲੈ ਕੇ ਜਾਣਾ ਚਾਹੁੰਦਾ ਹਾਂ। The first story is the punishment of what happened to him because he disobeyed God. ਤੇ ਪਹਿਲੀ ਸਟੋਰੀ ਸੀ ਕਿ ਉਸ ਪਨਿਸ਼ਮੈਂਟ ਦੇ ਬਾਰੇ, ਉਸ ਸਜ਼ਾ ਦੇ ਬਾਰੇ ਜੋ ਕਿ ਪਰਮੇਸ਼ਰ ਦੀ ਮਹਿਮਾ ਆਪਣੇ ਲਈ ਲੈਣ ਦੇ ਲਈ ਕਰਕੇ ਉਹਨਾਂ ਦੇ ਉੱਪਰ ਆਈ। The second story is about Daniel. How many of you know Daniel? ਤੇ ਦੂਸਰੀ ਸਟੋਰੀ ਉਹ ਦਾਨੀਅਲ ਦੀ ਹੈ। ਕਿੰਨੇ ਤੁਹਾਡੇ ਵਿੱਚੋਂ ਦਾਨੀਅਲ ਬਾਰੇ ਜਾਣਦੇ ਹੈ? Last time in Parliament, I preached on chapter 1 on Daniel. ਤੇ ਜਦੋਂ ਪਾਰਲੀਮੈਂਟ ਕੋ ਲਾਸਟ ਟਾਈਮ ਗਏ ਸੀ ਉਦੋਂ ਮੈਂ ਦਾਨੀਅਲ ਦੇ ਇੱਕ ਅਧਿਆਇ ਦੇ ਬਾਰੇ ਪ੍ਰਚਾਰ ਕੀਤਾ ਸੀ। How many of you have listened to that one? ਤੇ ਕਿੰਨੇ ਤੁਹਾਡੇ ਵਿੱਚੋਂ ਕਿੰਨੇ ਉਹਦੇ ਬਾਰੇ ਸੁਣਿਆ? Because then it will become easier to understand. ਕਿਉਂਕਿ ਫਿਰ ਤਾਂ ਕਰਕੇ ਤੁਹਾਡੇ ਲਈ ਆਸਾਨ ਹੋ ਜਾਏਗਾ ਉਹਨੂੰ ਸਮਝਣਾ। Daniel chapter 2. ਤੇ ਦਾਨੀਅਲ ਦਾ ਦੂਸਰਾ ਚੈਪਟਰ। I'm going to tell you the story. I won't read everything from there. I will tell you the story and you pay attention to it. ਤੇ ਮੈਂ ਸਿਰਫ ਸਾਰਾ ਨਹੀਂ ਪੜਾਂਗਾ ਦਾਨੀਅਲ ਦੇ ਵਿੱਚੋਂ, ਸਿਰਫ ਮੈਂ ਉਹ ਕਹਾਣੀ ਤੁਹਾਨੂੰ ਦੱਸਣਾ ਚਾਹੂੰਗਾ। Amen. So you can look up at me. ਸੋ ਤਾਂ ਕਰਕੇ ਤੁਸੀਂ ਪਾਸਟਰ ਦੀ ਤਰਫ ਦੇਖ ਸਕਦੇ ਹੋ। Now King Nebuchadnezzar was the king during the time of Daniel. ਤੇ ਕੀ ਸੀਗਾ ਜੋ ਦਾਨੀਅਲ ਦੇ ਸਮੇਂ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਜੋ ਨਬੂਕਦਨੇਸਰ ਸੀਗਾ ਉਹ ਰਾਜਾ ਸੀ। And King Nebuchadnezzar, he had a dream. ਤੇ ਜੋ ਨਬੂਕਦਨੇਸਰ ਸੀਗਾ ਰਾਜਾ, ਉਹਨੂੰ ਇੱਕ ਸੁਪਨਾ ਆਇਆ ਸੀਗਾ। He could not understand the meaning of the dream. ਜਿਹਨੂੰ ਉਹ ਸਮਝ ਨਹੀਂ ਪਾਇਆ ਕਿ ਉਹਦਾ ਮਤਲਬ ਕੀ ਹੈ। So he called all his wise men, all the men that were learned, he called them. ਤੇ ਉਹਨੇ ਆਪਣੇ ਰਾਜ ਦੇ ਵਿੱਚ ਜਿੰਨੇ ਵੀ ਬਹੁਤ ਤੇਰੇ ਸਮਝਦਾਰ ਸਮਝੇ ਜਾਂਦੇ ਸੀਗੇ, ਪੜ੍ਹੇ ਲਿਖੇ, ਉਹਨਾਂ ਸਭ ਨੂੰ ਬੁਲਾਇਆ ਉਹਦਾ ਮਤਲਬ ਜਾਣਨ ਲਈ। But he did not tell them what the dream was. ਪਰ ਉਹਨਾਂ ਵਿੱਚ ਕੋਈ ਵੀ ਨਹੀਂ ਦੱਸ ਸਕਿਆ ਕਿ ਉਹ ਡ੍ਰੀਮ ਸੀ ਕੀ। He said, tell me what I dreamt. ਤੇ ਉਹਨੂੰ ਵੀ ਨਹੀਂ ਸਮਝ ਆਇਆ ਤੇ ਉਹਨੇ ਕਿਹਾ ਕਿ ਮੈਨੂੰ ਦੱਸੋ, ਤੁਸੀਂ ਇਹ ਵੀ ਮੈਨੂੰ ਦੱਸੋ ਕਿ ਮੈਂ ਦੇਖਿਆ ਕੀ। All the wise men said, no, this is impossible. We cannot tell you because we don't know what it is. ਤੇ ਜਿੰਨੇ ਵੀ ਬੁੱਧੀਮਾਨ ਲੋਕੀ ਸੀਗੇ ਉਹਨਾਂ ਨੇ ਕਿਹਾ ਕਿ ਨਹੀਂ, ਏਦਾਂ ਨਹੀਂ ਹੋ ਸਕਦਾ ਕਿ ਅਸੀਂ ਡ੍ਰੀਮ ਵੀ ਦੱਸ ਸਕੀਏ ਕਿ ਤੂੰ ਦੇਖਿਆ ਕੀ ਹੈ। The king got very angry and he said, I'm going to kill you all. ਤੇ ਜੋ ਰਾਜਾ ਸੀਗਾ ਉਹ ਬੜਾ ਹੀ ਉਹਨੂੰ ਗੁੱਸਾ ਚੜਿਆ ਤੇ ਉਹਨੇ ਕਿਹਾ ਕਿ ਤੁਹਾਨੂੰ ਸਭ ਨੂੰ ਮਾਰਾ ਜਾਏਗਾ। Now Daniel, at that time, he went to the king and he asked for some time. ਤੇ ਉਸ ਸਮੇਂ ਕੀ ਹੋਇਆ, ਦਾਨੀਅਲ ਰਾਜਾ ਦੇ ਕੋਲ ਗਿਆ ਤੇ ਉਹਨੇ ਕੁਝ ਸਮਾਂ ਮੰਗਿਆ ਕਿ ਮੈਨੂੰ ਕੁਝ ਸਮਾਂ ਦੇ ਕਿ ਮੈਂ ਇਹਦੇ ਉੱਪਰ ਤੈਨੂੰ ਦੱਸ ਸਕਾਂ। Daniel then went to his friends back home. ਤੇ ਦਾਨੀਅਲ ਕੀ ਆਪਣੇ ਦੋਸਤਾਂ ਦੇ ਕੋਲ ਜੋ ਪਿੱਛੇ ਘਰ ਦੇ ਵਿੱਚ ਸੀਗੇ ਉਹਨਾਂ ਕੋਲ ਵਾਪਿਸ ਗਿਆ। His friends were Shadrach, Meshach and Abednego. ਤੇ ਉਹਨਾਂ ਦੇ ਫਰੈਂਡਸ ਆਪਾਂ ਜਾਂ ਸ਼ਦਰਕ, ਮੇਸ਼ਕ, ਅਬੇਦਨਗੋ ਉਹਦੇ ਦੋਸਤ ਸੀਗੇ ਦਾਨੀਅਲ ਦੇ। He then said to them, let us plead for mercy from God of heaven concerning this mystery. ਤੇ ਦਾਨੀਅਲ ਨੇ ਆਪਣੇ ਦੋਸਤਾਂ ਦੇ ਕੋਲ ਜਾ ਕੇ ਕੀ ਕਿਹਾ ਕਿ ਸੱਚਮੁੱਚ ਸਾਰੋ ਇਕੱਠੇ ਹੋ ਜਾਓ ਤੇ ਪਰਮੇਸ਼ਰ ਦੇ ਲਈ, ਪਰਮੇਸ਼ਰ ਦੇ ਅੱਗੇ ਦੁਆ ਕਰੋ, ਉਹਦੇ ਅੱਗੇ ਦੁਆ ਕਰੋ ਕਿ ਆਪਣੇ ਉੱਤੇ ਦਇਆ ਕਰੇ ਕਿ ਆਪਾਂ ਇਸ ਡ੍ਰੀਮ ਨੂੰ ਦੱਸ ਸਕੀਏ ਤੇ ਇਹਦੇ ਮਤਲਬ ਨੂੰ ਵੀ ਦੱਸ ਸਕੀਏ। Very important to understand. They said, let us plead for mercy. ਤੇ ਇੱਥੇ ਪਹਿਲੀ ਲਾਈਨ ਦੇ ਵਿੱਚ ਹੀ ਬੜਾ ਧਿਆਨ ਦੇਣ ਵਾਲੀ ਗੱਲ ਹੈ ਕਿ ਦਾਨੀਅਲ ਨੇ ਕਿਹਾ ਕਿ ਪਰਮੇਸ਼ਰ ਦੇ ਅੱਗੇ ਦੁਆ ਕਰੀਏ ਕਿ ਉਹ ਆਪਾਂ ਨੂੰ ਦੱਸੇ, ਪਰਮੇਸ਼ਰ ਦੇ ਅੱਗੇ ਦੁਆ ਕਰੀਏ। God heard his prayer and that night God revealed the dream to Daniel. ਤੇ ਪਰਮੇਸ਼ਰ ਨੇ ਉਹਨਾਂ ਦੀ ਪੁਕਾਰ, ਉਹਨਾਂ ਦੀ ਪ੍ਰਾਰਥਨਾ ਨੂੰ ਸੁਣਿਆ ਤੇ ਉਸੇ ਰਾਤ ਪਰਮੇਸ਼ਰ ਨੇ ਉਸ ਡ੍ਰੀਮ ਦੇ ਬਾਰੇ ਉਹਨੂੰ ਦੱਸਿਆ। Daniel then started to praise God. ਤੇ ਉਸੇ ਸਮੇਂ ਕੀ ਹੋਇਆ, ਦਾਨੀਅਲ ਨੇ ਕੀ ਕੀਤਾ, ਪਰਮੇਸ਼ਰ ਨੂੰ ਪ੍ਰਸ਼ੰਸਾ ਦੇਣੀ ਸ਼ੁਰੂ ਕੀਤੀ। He said, praise be to the name of God forever and ever.
ਉਹਨੇ ਕਿਹਾ ਕਿ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਮਿਲੇ, ਸਤੁਤੀ ਮਿਲੇ ਹਮੇਸ਼ਾ ਹਮੇਸ਼ਾ ਸਦਾ ਸਦਾ ਲਈ। Wisdom and power are his. ਤੇ ਉਹਨੇ ਕਿਹਾ ਕਿ ਸਾਮਰਥ ਤੇ ਜੋ ਬੁੱਧ ਹੈ ਉਹ ਪਰਮੇਸ਼ਰ ਦੀ ਹੀ ਹੈ। Because only God could reveal what the king had dreamt. ਕਿਉਂਕਿ ਸਿਰਫ ਪਰਮੇਸ਼ਰ ਹੀ ਉਹਨੂੰ ਦਿਖਾ ਸਕਦਾ ਸੀਗਾ ਕਿ ਕਿੰਗ ਨੇ, ਜੋ ਰਾਜਾ ਹੈ, ਉਹਨੇ ਕੀ ਦੇਖਿਆ ਹੈ ਸੁਪਨੇ 'ਚ। Daniel, then, now he went before the king. ਤੇ ਦਾਨੀਏਲ ਉਸ ਤੋਂ ਬਾਅਦ, ਇਸ ਸਾਰਿਆਂ ਤੋਂ ਬਾਅਦ ਉਹ ਰਾਜਾ ਦੇ ਅੱਗੇ ਗਿਆ। And he said to the king, no wise man will be able to tell you this mystery, this dream. ਤੇ ਉਹਨੇ ਕੀ ਕਿਹਾ ਕਿ ਕੋਈ ਵੀ ਤੇਰੇ ਰਾਜ ਦੇ ਵਿੱਚ ਕੋਈ ਵੀ ਬੁੱਧੀਮਾਨ ਇਸ ਪੁਰਸ਼ ਨੂੰ, ਇਸ ਗੁੱਥੀ ਨੂੰ ਸੁਲਝਾ ਨਹੀਂ ਸਕਦਾ, ਨਹੀਂ ਦੱਸ ਪਾਏਗਾ। Now remember one thing, Daniel already had the answer because God already revealed to him the answer of the dream. ਤੇ ਇਸ ਚੀਜ਼ ਨੂੰ ਯਾਦ ਰੱਖੋ ਕਿ ਦਾਨੀਏਲ ਜਦੋਂ ਉੱਥੇ ਗਿਆ ਤੇ ਉਹ ਇਹ ਕਹਿ ਰਿਹਾ ਸੀ, ਉਸ ਸਮੇਂ ਉਹ ਜਾਣਦਾ ਸੀਗਾ, ਉਹਦੇ ਕੋਲ ਆਲਰੇਡੀ ਪਰਮੇਸ਼ਰ ਦਾ ਉੱਤਰ ਆ ਚੁੱਕਿਆ ਸੀਗਾ। But Daniel did not say to the king, yes, I know, I can tell you your dream. He didn't. ਇੱਕ ਚੀਜ਼ ਨੋਟ ਕਰਨ ਵਾਲੀ ਹੈ ਕਿ ਉਹਨੂੰ ਸੱਚਮੁੱਚ ਪਤਾ ਸੀ ਜਦੋਂ ਉਹਦੇ ਸਾਹਮਣੇ ਗਿਆ, ਪਰ ਉਹਨੇ ਜਾਂਦੇ ਐਵੇਂ ਆਪਣੇ ਆਪ ਦੀ ਪ੍ਰਸ਼ੰਸਾ ਨਹੀਂ ਕੀਤੀ ਤੇ ਅਹੰਕਾਰ ਚ ਨਹੀਂ ਆ ਕਿ ਦੇਖੋ ਮੈਨੂੰ ਸਭ ਕੁਝ ਪਤਾ ਹੈ, ਮੈਂ ਜਾਣਦਾ ਹਾਂ। Interesting in the verse number 28, chapter 2 verse 28, interesting what Daniel actually said. ਤੇ ਜਿਹੜਾ ਇੰਟਰਸਟਿੰਗ ਪੁਆਇੰਟ ਹੈ ਉਹ ਆਪਾਂ ਦੇਖਦੇ ਹਾਂ ਦਾਨੀਏਲ ਦੇ ਦੂਜੇ ਅਧਿਆਇ ਦੇ ਵਿੱਚ ਉਹਦੇ 8ਵੇਂ ਵਰਸ 'ਚ। He said to the king, there is a God in heaven who reveals mysteries. ਤੇ ਉਹਨੇ ਕੀ ਕਿਹਾ ਉੱਥੇ ਲਿਖਿਆ 8ਵੇਂ ਵਰਸ ਦੇ ਵਿੱਚ ਲਿਖਿਆ, ਬੜਾ ਇੰਪੋਰਟੈਂਟ, ਕਿ ਰਾਜਾ ਦੇ ਅੱਗੇ ਉਹਨੇ ਕਿਹਾ ਕਿ ਇੱਕ ਸਵਰਗ ਦੇ ਵਿੱਚ ਇੱਕ ਪਰਮੇਸ਼ਰ ਹੈ, ਇੱਕ ਹੀ ਪਰਮੇਸ਼ਰ ਹੈ ਜੋ ਇਸ ਗੁੱਥੀ ਨੂੰ ਸੁਲਝਾ ਸਕਦਾ ਹੈ। You see, Daniel first gave God the glory and then he revealed the dream to the king. ਤੇ ਪਹਿਲਾਂ ਜੀ ਉਹਨੇ ਕੀ ਕੀਤਾ, ਦਾਨੀਏਲ ਨੇ ਪਹਿਲਾਂ ਕੀ ਕੀਤਾ ਕਿ ਸਾਰੀ ਮਹਿਮਾ ਪਹਿਲਾਂ ਪਰਮੇਸ਼ਰ ਨੂੰ ਦਿੱਤੀ ਤੇ ਫਿਰ ਉਹਦੇ ਬਾਰੇ ਦੱਸਿਆ ਕਿ ਉਹਨੇ ਹੀ ਮੈਨੂੰ ਇਹਦਾ ਉਜਾਗਰ ਕੀਤਾ, ਮੈਨੂੰ ਇਹਦਾ ਮਤਲਬ ਦੱਸਿਆ, ਉਹਨੂੰ ਮਹਿਮਾ ਦਿੱਤੀ ਤੇ ਉਸ ਤੋਂ ਬਾਅਦ ਉਹਨੇ ਡ੍ਰੀਮ ਦੇ ਬਾਰੇ ਦੱਸਿਆ। If Daniel went and straight explained the dream to the king, then Daniel would be taking all the glory for himself. ਤੇ ਸੋਚ ਕੇ ਵੇਖੋ ਕਿ ਦਾਨੀਏਲ ਜੇ ਮੰਨ ਲਓ ਸਿੱਧਾ ਜਾ ਕੇ ਰਾਜਾ ਦੇ ਕੋਲ ਜਾ ਕੇ ਉਹਨੂੰ ਡ੍ਰੀਮ ਦੱਸਣ ਲੱਗ ਜਾਂਦਾ ਤੇ ਉਹਦਾ ਮਤਲਬ ਦੱਸਣ ਲੱਗ ਜਾਂਦਾ ਤੇ ਕਿਤੇ ਨਾ ਕਿਤੇ ਉਹ ਚੀਜ਼ ਐ ਮੰਨੀ ਜਾਂਦੀ ਤੇ ਲੱਗਦਾ ਕਿ ਉਹ ਆਪਣੇ ਆਪ ਨੂੰ ਮਹਿਮਾ ਦੇ ਰਿਹਾ ਹੈ ਤੇ ਉਹ ਮਹਿਮਾ ਲੈਣ ਲੱਗ ਜਾਂਦਾ। Daniel was very clever. He knew that he could not take the glory of God. He had to give God the glory. ਤੇ ਉਹ ਬੜਾ ਸਮਝਦਾਰ ਸੀਗਾ ਦਾਨੀਏਲ, ਉਸ ਚੀਜ਼ ਨੂੰ ਸਮਝਦਾ ਸੀਗਾ ਕਿ ਜੋ ਪਰਮੇਸ਼ਰ ਦੀ ਮਹਿਮਾ ਹੈ ਉਹਨੂੰ ਮੈਂ ਨਹੀਂ ਲੈ ਸਕਦਾ। What happened to Daniel then? The king made him a ruler over the entire province of Babylon. ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਆਪਾਂ ਦੇਖਦੇ ਹਾਂ ਕਿ ਨਬੂਕਦਨੇਸਰ ਰਾਜਾ ਨੇ ਕੀ ਕੀਤਾ, ਦਾਨੀਏਲ ਨੂੰ ਪੂਰਾ ਅਧਿਕਸ਼, ਉਹਦੇ ਉੱਪਰ ਇੱਕ ਪ੍ਰੈਜ਼ੀਡੈਂਟ, ਇੱਕ ਪੂਰਾ ਉਸ ਪ੍ਰੋਵਿੰਸ ਦੇ ਉੱਪਰ ਉਹਨੂੰ ਨਿਯੁਕਤ ਕਰ ਦਿੱਤਾ। And he gave him many gifts as well. ਤੇ ਉੱਥੇ ਲਿਖਿਆ ਕਿ ਉਹਨੂੰ ਬੜੇ ਸਾਰੇ, ਦਾਨੀਏਲ ਨੂੰ ਬਹੁਤ ਸਾਰੇ ਗਿਫਟਸ ਵੀ ਦਿੱਤੇ, ਉਪਹਾਰ ਵੀ ਦਿੱਤੇ। Now you see in the first story, King Herod took the glory for himself and God killed him. ਤੇ ਜੋ ਆਪਾਂ ਪਹਿਲਾਂ ਜੋ ਕਹਾਣੀ ਪੜ੍ਹੀ ਉਸ 'ਚ ਜੋ ਹੀਰੋਦ ਰਾਜਾ ਦੇ ਬਾਰੇ, ਉੱਥੇ ਆਪਾਂ ਦੇਖਦੇ ਹਾਂ ਕਿ ਉਹ ਪਨਿਸ਼ਮੈਂਟ ਬਾਰੇ ਸੀ, ਉਹਨੇ ਪਰਮੇਸ਼ਰ ਦੀ ਮਹਿਮਾ ਲਈ ਤੇ ਆਪਣੇ ਉੱਪਰ ਸਜ਼ਾ ਲੈ ਕੇ ਆਇਆ। ਦੂਸਰੇ ਦੇ ਵਿੱਚ ਆਪਾਂ ਦੇਖਿਆ ਕਿ ਦਾਨੀਏਲ ਦੇ ਬਾਰੇ ਕਿ ਉਹਨੂੰ ਉਪਹਾਰ Did ਮਿਲੇ। not take the glory for himself, he gave the glory to God and God rewarded him. ਤੇ ਇਹਦੇ ਵਿੱਚ ਦੂਸਰੀ ਕਹਾਣੀ ਦੇ ਵਿੱਚ ਕੀ ਦੇਖਿਆ ਆਪਾਂ ਕਿ ਦਾਨੀਏਲ ਨੇ ਪਰਮੇਸ਼ਰ ਨੂੰ ਸਾਰੀ ਮਹਿਮਾ ਦਿੱਤੀ ਤੇ ਉਹ ਮਹਿਮਾ ਦੇਣ ਦੇ ਦੁਆਰਾ ਉਹਨੂੰ ਬਹੁਤ ਸਾਰੇ ਰਿਵਾਰਡਸ ਮਿਲੇ, ਉਹਨੂੰ ਰਿਵਾਰਡ ਕੀਤਾ ਗਿਆ। Amen. When you get a chance, read these stories again and look at them because this will help you tremendous in your Christian life. ਤੇ ਜਦ ਵੀ ਤੁਹਾਨੂੰ ਮੌਕਾ ਮਿਲੇ ਇਹਨਾਂ ਦੋਨਾਂ ਕਹਾਣੀਆਂ ਨੂੰ ਇੱਕ ਵਾਰੀ ਦੁਬਾਰਾ ਪੜ੍ਹ ਕੇ ਦੇਖਣਾ ਤੇ ਬੜੀ ਹੀ ਖੂਬਸੂਰਤੀ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਕਰੇਗਾ। Because a lot of times we use the same principles in our life. ਕਿਉਂਕਿ ਕਿੰਨੀ ਹੀ ਵਾਰੀ ਐਵੇਂ ਹੁੰਦਾ ਕਿ ਆਪਣੀ ਜ਼ਿੰਦਗੀਆਂ ਦੇ ਵਿੱਚ ਆਪਾਂ ਇਹਨਾਂ ਪ੍ਰਿੰਸੀਪਲਸ ਨੂੰ, ਇਹਨਾਂ ਜੋ ਤੱਥ ਨੇ ਉਹਨਾਂ ਨੂੰ ਆਪਾਂ ਯੂਜ਼ ਕਰਦੇ ਹਾਂ, ਦੋਨਾਂ ਵਿੱਚੋਂ ਕਿਸੇ ਨੂੰ ਵੀ। We say, I got a very good job because I'm very clever. ਹਾਂ, ਤੇ ਕਈ ਵਾਰੀ ਆਪਾਂ ਕਹਿੰਦੇ ਆ ਕਿ ਮੈਨੂੰ ਦੇਖੋ, ਮੈਨੂੰ ਬੜੀ ਹੀ ਵਧੀਆ ਜੌਬ ਮਿਲੀ ਹੈ ਕਿਉਂਕਿ ਮੈਂ ਤਾਂ ਬੁੱਧੀਮਾਨ ਹਾਂ, ਮੈਂ ਤਾਂ ਕਲੇਵਰ ਹਾਂ। What you are doing is you're taking the glory for yourself. ਤੇ ਆਪਾਂ ਜਾਣੇ ਅਣਜਾਣੇ ਚ ਕੀ ਕਰ ਰਹੇ ਹਾਂ ਕਿ ਆਪਾਂ ਪਰਮੇਸ਼ਰ ਦੀ ਮਹਿਮਾ ਲੈ ਰਹੇ ਹਾਂ। What we should be saying is, we thank God that He has provided this great job for me. ਤੇ ਧਿਆਨ ਰਹੇ ਕਿ ਆਪਣੇ ਮੂੰਹ ਚ ਸਭ ਤੋਂ ਪਹਿਲਾਂ ਸ਼ਬਦ ਇਹ ਨਿਕਲੇ ਕਿ ਪਰਮੇਸ਼ਰ ਦਾ ਧੰਨਵਾਦ ਹੋਏ ਕਿਉਂਕਿ ਉਹਨੇ ਮੈਨੂੰ ਇਹ ਜੌਬ ਦਿੱਤੀ ਹੈ। Always remember Satan. What happened to him was he became proud in his heart. Don't be proud in your heart. Learn not to be proud in your heart.
ਤੇ ਹਮੇਸ਼ਾ ਉਸ ਸ਼ੈਤਾਨ ਦੇ ਬਾਰੇ ਯਾਦ ਰੱਖੋ ਕਿ ਉਹਦੇ ਨਾਲ ਕੀ ਹੋਇਆ ਸੀ ਤੇ ਉਹਨੇ ਕੀਤਾ ਕੀ ਸੀ, ਉਹਦੇ ਮਨ ਦੇ ਵਿੱਚ ਅਹੰਕਾਰ ਆ ਗਿਆ ਸੀ। ਤੇ ਤਾਂ ਕਰਕੇ ਪਹਿਲੀ ਗੱਲ ਆਪਾਂ ਜਿੱਥੋਂ ਸ਼ੁਰੂ ਕੀਤਾ ਸੀ, ਆਪਣੇ ਮਨਾਂ ਦਾ ਖਿਆਲ ਰੱਖਣਾ ਕਿ ਕਿਤੇ ਅਹੰਕਾਰ ਤੇ ਨਹੀਂ ਆ ਗਿਆ। Because when also you look down on people, you speak wrong things about people, you're putting God's people also down. ਤੇ ਕਿਉਂਕਿ ਇਹ ਚੀਜ਼ ਵੀ ਆਪਾਂ ਦੇਖਣੀ ਹੈ ਕਿ ਜਦੋਂ ਆਪਾਂ ਜੋ ਪਰਮੇਸ਼ਰ ਨੂੰ ਮੰਨਣ ਵਾਲੇ ਲੋਕ ਨੇ, ਉਹਦੇ ਦੁਆਰਾ ਜੋ ਬਣਾਏ ਗਏ ਲੋਕ ਨੇ, ਆਪਾਂ ਉਹਨਾਂ ਦੇ ਬਾਰੇ ਕੁਝ ਗਲਤ ਬੋਲ ਰਹੇ ਆ, ਉਹਨਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ। ਤੇ ਇੱਕ ਮਤਲਬ ਇਹਦਾ ਇਹ ਵੀ ਹੈ ਕਿ ਆਪਾਂ ਉਹਨਾਂ ਨੇ ਪਰਮੇਸ਼ਰ ਨੇ ਉਹਨੂੰ ਬਣਾਇਆ, ਉਹਨੂੰ ਕਿਵੇਂ ਬਣਾਇਆ ਤੇ ਉਹਦੀ ਮਹਿਮਾ ਨੂੰ ਆਪਾਂ ਨੀਵਾਂ ਦਿਖਾ ਰਹੇ ਆ ਕਿ ਨਹੀਂ ਤੂੰ ਠੀਕ ਨਹੀਂ ਕੀਤਾ। Sometimes you see like famous sports people, they talk about themselves. Yeah, I can do this, I'm doing this, I'm doing this. They try to praise themselves. ਕਈ ਵਾਰੀ ਆਪਾਂ ਦੇਖਦੇ ਕਿ ਜਿਹੜੇ ਖਿਡਾਰੀ ਹੁੰਦੇ ਨੇ, ਜਿਹੜੇ ਫੇਮਸ, ਜਿਹੜੇ ਵੱਡੇ, ਤੇ ਉਹ ਆਪਣੇ ਬਾਰੇ ਗੱਲ ਕਰਦੇ, ਆਪਣੇ ਕਹਿ ਲਓ ਕਿ ਟੈਲੈਂਟਸ ਦੇ ਬਾਰੇ ਜਾਂ ਫਿਰ ਆਪਣੇ ਬਾਰੇ ਗੱਲ ਕਰਦੇ ਕਿ ਮੈਂ ਇਸ ਵਿੱਚ ਇਦਾਂ ਜਿੱਤਿਆ। Because we got to understand that God is the one that gives us all the talents that we have and all that we need. ਤੇ ਇਹ ਚੀਜ਼ ਬੋਲਣ ਤੇ ਸੋਚਣ ਤੋਂ ਪਹਿਲਾਂ ਆਪਾਂ ਨੂੰ ਇਹ ਜਾਣਨਾ ਹੈ ਕਿ ਪਰਮੇਸ਼ਰ ਹੀ ਹੈ ਜਿਹਨੇ ਉਹ ਸਾਰੇ ਸਾਮਰਥ, ਉਹ ਟੈਲੈਂਟਸ ਆਪਾਂ ਨੂੰ ਦਿੱਤੇ ਕਿ ਆਪਾਂ ਕਰ ਸਕੀਏ, ਖੇਲ ਸਕੀਏ, ਕੁਝ ਵੀ ਕਰ ਸਕੀਏ। Amen. You all happy so far? ਤੇ ਖੁਸ਼ ਹੋ ਹਾਲੇ ਹੁਣੇ ਤੱਕ ਇਸ ਮੈਸੇਜ ਤੋਂ? You can wave to me if you're happy. Yeah. Amen. Okay, now let's take this teaching a little into our own lives. ਤੇ ਹੁਣ ਆਪਾਂ ਜਿੰਨਾ ਕੁਝ ਵੀ ਇਹਨਾਂ ਕਹਾਣੀਆਂ ਤੋਂ, ਇਸ ਟੀਚਿੰਗ ਤੋਂ ਸਿੱਖਿਆ, ਉਹਨੂੰ ਥੋੜਾ ਜਿਹਾ ਆਪਣੇ ਪਰਸਨਲ ਲਾਈਫ ਦੇ ਵਿੱਚ ਲੈ ਕੇ ਚੱਲਦੇ ਆਪਾਂ, ਪਰਸਨਲੀ ਹਰ ਇੱਕ। When we work for God, everything we do is spiritual. ਤੇ ਜਦ ਆਪਾਂ ਪਰਮੇਸ਼ਰ ਦੇ ਲਈ ਕੁਝ ਕਰਦੇ ਆ, ਜਦੋਂ ਆਪਾਂ ਮਸੀਹ ਦੇ ਵਿੱਚ ਹੁੰਦੇ ਆ ਤੇ ਆਪਾਂ ਕੁਝ ਵੀ ਕਰਦੇ ਆ, ਉਹ ਕੀ ਹੈ ਕਿ ਪਰਮੇਸ਼ਰ ਨੂੰ ਮਹਿਮਾ ਦੇਣ ਦੇ ਲਈ ਹੈ। ਤੇ ਉਹ ਇੱਕ ਤਰ੍ਹਾਂ ਧਾਰਮਿਕ ਮੰਨੀ ਜਾਂਦੀ ਹੈ, ਸਪਿਰਿਚੁਅਲ ਮੰਨੀ ਜਾਂਦੀ ਹੈ, ਆਤਮਿਕ ਮੰਨੀ ਜਾਂਦੀ ਹੈ। We come to church, we pray, we do worship, we read the Bible, we do preaching, we do a lot of spiritual things. ਇਹ ਤੁਸੀਂ ਚਰਚ ਦੇ ਵਿੱਚ ਆਉਂਦੇ ਹੋ, ਬਾਈਬਲ ਪੜ੍ਹਦੇ ਹੋ, ਪ੍ਰਚਾਰ ਕਰਦੇ ਹੋ, ਵਚਨ ਸੁਣਾਉਂਦੇ ਹੋ, ਇਹ ਸਾਰਾ ਕੀ ਹੈ, ਇੱਕ ਆਤਮਿਕ ਕੰਮ ਮੰਨਿਆ ਜਾਂਦਾ ਹੈ। But not everything seems to be spiritual. पर हर चीज जो कि दिखाई दिंदी है हमेशा वो स्पिरिचुअल नहीं है, वो आत्मिक नहीं है, हर चीज आत्मिक नहीं है। Some tasks are more pleasant than others. ਤੇ ਕੁਝ ਕੰਮ ਐਸੇ ਨੇ ਜੋ ਕਿ ਚੰਗੇ ਲੱਗਦੇ ਨੇ ਕੰਪੇਅਰ ਟੂ ਅਦਰਸ ਕੇ, ਦੂਸਰੇ ਕੰਮਾਂ ਦੇ ਬਜਾਏ ਦੇਖਣ ਦੇ ਵਿੱਚ ਉਹ ਲੱਗਦੇ ਨੇ। If I give you an example, cleaning the toilets is different from arranging the chairs in the church. ਤੇ ਮੈਂ ਇੱਕ ਉਦਾਹਰਣ ਦੇਣਾ ਕਿ ਚਰਚ ਦੇ ਵਿੱਚ, ਕਲੀਸਿਆ ਦੇ ਵਿੱਚ ਟਾਇਲਟ ਕਲੀਨਿੰਗ ਕਰਨਾ ਉਹ ਇੱਕ ਵੱਖਰਾ ਜਿਹਾ ਦਿਖਾਈ ਦਿੰਦਾ ਹੈ, ਬਜਾਏ ਉਹਦੇ ਕਿ ਆਪਾਂ ਚੇਅਰਸ ਦਾ ਸੈਟਅਪ ਕਰਦੇ, ਕੁਰਸੀਆਂ ਲਗਾਉਂਦੇ ਆ। The difference between the two things. Laying the ਤੁਸੀਂ chairs ਦੇਖ is more ਸਕਦੇ ਹੋ ਵਿੱਚ pleasant. ਥੋੜਾ ਜਿਹਾ ਆਪਾਂ ਨੂੰ Prefer ਫਰਕ that. ਦਿਖਾਈ ਦਿੰਦਾ ਹੈ। Yeah. So even in a Christian community of people, ਤੇ ਇਦਾਂ ਹੀ ਜੋ ਇੱਕ ਮਸੀਹੀ ਦੀ ਕਮਿਊਨਿਟੀ ਹੈ, ਜੋ ਕਲੀਸਿਆ ਹੈ, ਉਹਦੇ ਵਿੱਚ ਵੀ ਜੋ ਲੋਕੀ ਨੇ who have given up everything to serve God full time. ਤੇ ਜਿਨ੍ਹਾਂ ਨੇ ਕਿ ਕਲੀਸਿਆ ਦੇ ਵਿੱਚ ਅਤੇ ਇਸ ਕਮਿਊਨਿਟੀ ਦੇ ਵਿੱਚ ਆਪਣਾ ਪੂਰਾ ਸਮਾਂ ਫੁੱਲ ਟਾਈਮ ਮਿਨਿਸਟਰੀ ਦੇ ਲਈ ਦਿੱਤਾ ਹੋਇਆ ਹੈ, ਪਰਮੇਸ਼ਰ ਦੀ ਸੇਵਕਾਈ ਦੇ ਲਈ। Someone has to wash the dishes. ਤੇ ਉਹਦੇ ਵਿੱਚ ਕਿ ਹਰ ਇੱਕ ਬੰਦਾ ਇੱਕ ਹੀ ਕੰਮ ਤਾਂ ਨਹੀਂ ਕਰੇਗਾ, ਕਿਸੇ ਨੂੰ ਭਾਂਡੇ ਸਾਫ਼ ਕਰਨੇ ਪੈਣਗੇ, Sweep the floor, clean the bathrooms and things like that. ਤੇ ਕਿਸੇ ਨੂੰ ਬਾਥਰੂਮ ਕਲੀਨ ਕਰਨੇ ਪੈਣਗੇ, ਕਿਸੇ ਨੂੰ ਪੋਚਾ ਲਗਾਉਣਾ ਪਏਗਾ, ਫਰਸ਼ ਸਾਫ਼ ਕਰਨਾ ਪਏਗਾ, ਕਿ ਇਸ ਤਰ੍ਹਾਂ ਦੀ ਚੀਜ਼ਾਂ। If we are not careful, we can develop a wrong attitude. ਤੇ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਜੇ ਆਪਾਂ ਸਤਰਕ ਨਹੀਂ ਰਵਾਂਗੇ, ਕੇਅਰਫੁਲ ਨਹੀਂ ਰਵਾਂਗੇ, ਤੇ ਚਾਂਸਸ ਹੈਗੇ, ਹੋ ਸਕਦਾ ਹੈ ਕਿ ਆਪਾਂ ਭਰਮਾਏ ਜਾਈਏ Towards these practical and necessary jobs that are of the church. ਤੇ ਹੋ ਸਕਦਾ ਕਿ ਆਪਣਾ ਐਟੀਟਿਊਡ ਬਦਲ ਜਾਏ, ਤੇ ਜੋ ਚੀਜ਼ਾਂ ਚਰਚ ਦੇ ਵਿੱਚ ਜ਼ਰੂਰੀ ਹੈ ਉਹ ਆਪਾਂ ਨੂੰ ਲੱਗਣ ਨਾ ਕਿ ਇਹ ਠੀਕ ਹੋ ਰਿਹਾ ਹੈ। We can find ourselves thinking, ਤੇ ਹੋ ਸਕਦਾ ਕਿ ਆਪਣੇ ਮਨ ਦੇ ਵਿੱਚ ਐਸਾ ਵਿਚਾਰ ਆ ਜਾਏ, ਆਪਾਂ ਸੋਚਣ ਲੱਗ ਪਈਏ, I hate doing these jobs. What is the point? ਤੇ ਕਿਸੇ ਨਾ ਕਿਸੇ ਪੁਆਇੰਟ ਤੇ ਜ਼ਿੰਦਗੀ 'ਚ ਕਰਦੇ ਕਰਦੇ ਐਵੇਂ ਲੱਗਣ ਲੱਗ ਪਏ ਕਿ ਯਾਰ ਇਹਦਾ ਮਤਲਬ ਕੀ ਹੈ, ਜੋ ਸਾਰਾ ਕੁਝ ਚੀਜ਼ਾਂ ਮੈਂ ਟਾਇਲਟ ਕਲੀਨ ਕਰ ਰਿਹਾ, ਮੈਂ ਜੋ ਚਰਚ ਦੇ ਵਿੱਚ ਕਰ ਰਿਹਾ, ਇਹਦਾ ਮਤਲਬ ਕੀ ਹੈ? It is not a spiritual job or something important. ਕਿਉਂਕਿ ਇਹ ਤਾਂ ਕੋਈ ਧਾਰਮਿਕ ਗੱਲ ਨਹੀਂ ਹੈ, ਕੋਈ ਸਪਿਰਿਚੁਅਲ ਚੀਜ਼ ਤੇ ਨਹੀਂ ਮੈਨੂੰ ਇਸ 'ਚ ਲੱਗ ਰਹੀ, ਆਪਾਂ ਸੋਚਣ ਲੱਗ ਜਾਈਏ।
this is boring. I'd rather go out to Lidra Street and do shopping. ਤੇ ਆਪਾਂ ਨੂੰ ਕਦੇ ਕਦੇ ਇਦਾਂ ਲੱਗਣ ਲੱਗ ਪਿਆ ਯਾਰ ਇਹ ਤਾਂ ਬੋਰਿੰਗ ਹੈ ਤੇ ਇਸ ਤੋਂ ਚੰਗਾ ਹੈ ਕਿ ਮੈਂ ਲੀਡਰਾਂ ਦੀ ਗਲੀਆਂ 'ਚ ਬਾਹਰ ਜਾਵਾਂ ਤੇ ਮੈਂ ਕੁਝ ਸ਼ਾਪਿੰਗ ਕਰਾਂ ਜਾਂ ਫਿਰ ਦੋਸਤਾਂ ਦੇ ਨਾਲ ਚਲਾ ਜਾਵਾਂ Or meet my friends that I've not seen for a long time. ਤੇ ਜਾਂ ਫਿਰ ਮੈਂ ਐਸੇ ਦੋਸਤ ਨੂੰ ਮਿਲਾਂ ਜਿਹਨੂੰ ਮੈਂ ਇੱਕ ਲੰਬੇ ਅਰਸੇ ਤੋਂ ਨਹੀਂ ਦੇਖਿਆ ਹੈ This could be happening in church on a Sunday. ਤੇ ਇਹ ਸਭ ਚੀਜ਼ਾਂ ਜ਼ਰੂਰੀ ਨਹੀਂ ਕਿਤੇ ਹੋਰ ਪਰ ਇਹ ਕਲੀਸਿਆ ਦੇ ਵਿੱਚ ਸੰਡੇ ਨੂੰ ਵੀ ਹੋ ਸਕਦੀਆਂ ਨੇ ਆਪਣੇ ਅੰਦਰ Do you help out after the service? Do you Can you help repeat? out after the service? ਤੇ ਕੀ ਆਪਾਂ ਕਲੀਸਿਆ ਤੋਂ ਬਾਅਦ ਜਦੋਂ ਸਰਵਿਸ ਖਤਮ ਹੋ ਜਾਂਦੀ ਉਸ ਤੋਂ ਬਾਅਦ ਆਪਾਂ ਕਲੀਸਿਆ ਦੇ ਵਿੱਚ ਮਦਦ ਕਰਦੇ ਹਾਂ Or you run outside to the city center to meet your friends? ਤੇ ਜਾਂ ਫਿਰ ਜਿਵੇਂ ਕਲੀਸਿਆ ਤੇ ਪ੍ਰਚਾਰ ਖਤਮ ਹੋਇਆ ਤੇ ਉਸ ਤੋਂ ਬਾਅਦ ਆਪਾਂ ਲੀਡਰਾਂ 'ਚ ਨਿਕਲ ਜਾਂਦੇ ਹਾਂ ਕਿ ਆਪਣੇ ਦੋਸਤਾਂ ਨਾਲ ਜਾਂ ਫਿਰ ਕੁਝ ਕਰ You see, God sees our hearts and He sees our mind, what we do. ਤੇ ਆਪਾਂ ਨੂੰ ਇਹ ਯਾਦ ਰੱਖਣਾ ਕਿ ਪਰਮੇਸ਼ਰ ਆਪਣੇ ਮਨ ਨੂੰ ਵੀ ਦੇਖਦਾ ਤੇ ਆਪਣੇ ਮਾਈਂਡ ਨੂੰ ਵੀ ਦੇਖਦਾ ਆਪਣੇ ਵਿਚਾਰਾਂ ਨੂੰ ਵੀ ਜਾਣਦਾ ਹੈ ਪਰਮੇਸ਼ਰ And remember one thing, you will receive what you are doing. ਤੇ ਇੱਕ ਚੀਜ਼ ਨੂੰ ਹਮੇਸ਼ਾ ਯਾਦ ਰੱਖਣਾ ਕਿ ਤੁਸੀਂ ਆਪਾਂ ਉਹੀ ਰਿਸੀਵ ਕਰਾਂਗੇ ਜੋ ਆਪਾਂ ਕਰ ਰਹੇ ਹਾਂ ਜਿੱਦਾਂ ਦੇ ਕੰਮ ਆਪਾਂ ਕਰ ਰਹੇ ਹਾਂ What you do in the house of glory church. ਤੇ ਜੋ ਆਪਣਾ ਚਰਚ ਹੈ ਪਰਮੇਸ਼ਰ ਦੀ ਮਹਿਮਾ ਉਸ ਕਲੀਸਿਆ ਦੇ ਵਿੱਚ ਆਪਾਂ ਕੀ ਕਰਦੇ ਹਾਂ It is not for men, but it is towards God, the kingdom of God. ਤੇ ਉੱਥੇ ਆਪਾਂ ਜੋ ਕੁਝ ਵੀ ਕਰਦੇ ਹਾਂ ਛੋਟਾ ਵੱਡਾ ਕੰਮ ਜੋ ਕੁਝ ਵੀ ਆਪਾਂ ਉੱਥੇ ਕਰਦੇ ਹਾਂ ਤੇ ਉਹ ਪਰਮੇਸ਼ਰ ਦੇ ਲਈ ਹੈ ਨਾ ਕਿ ਮਨੁੱਖਾਂ ਦੇ ਲਈ Pastor Johnny gives you duties to do every Sunday, different types of jobs. ਤੇ ਪਾਸਟਰ ਜੋਨੀ ਹੈਗੇ ਉਹ ਹਰ ਸੰਡੇ ਨੂੰ ਆਪਣੀ ਕਲੀਸਿਆ ਨੂੰ ਅੱਡ ਲੋਕਾਂ ਨੂੰ ਬੱਚਿਆਂ ਨੂੰ ਡਿਊਟੀਆਂ ਦਿੰਦੇ ਆ ਅੱਡ If you're not doing enough, you should be saying to Pastor, what more can I do to serve in the house of God? ਮੈਂ ਭਰਪੂਰੀ ਦੇ ਨਾਲ ਕਰ ਰਿਹਾ ਜਾਂ ਫਿਰ ਤੁਹਾਨੂੰ ਐ ਲੱਗਦਾ ਕਿ ਮੈਂ ਹੋਰ ਵੀ ਕਰਾਂ ਤੇ ਆਪਾਂ ਪਾਸਟਰ ਨੂੰ ਕਹਿ ਸਕਦੇ ਕਿ ਮੈਨੂੰ ਕੁਝ ਹੋਰ ਵੀ ਦੱਸੋ ਜੋ ਕਰਨ ਵਾਲਾ ਹੈ Because it is God that is watching what you are doing. ਕਿਉਂਕਿ ਉਹ ਪਰਮੇਸ਼ਰ ਹੈ ਜੋ ਤੁਹਾਨੂੰ ਦੇਖਦਾ ਜੋ ਆਪਾਂ ਨੂੰ ਦੇਖ ਰਿਹਾ ਕਿ ਆਪਾਂ ਕਰ ਕੀ ਰਹੇ ਹਾਂ Let me tell you a testimony about Seema, Akash's mom. ਤੇ ਮੈਨੂੰ ਜੋ ਸੀਮਾ ਹੈਗੇ ਸਿਸਟਰ ਉਹਦੇ ਬਾਰੇ ਮੈਨੂੰ ਗਵਾਹੀ ਦੇ ਲਈ ਮੈਂ ਤੁਹਾਨੂੰ ਦੱਸਦਾ When she first came to Cyprus, we were sitting in the church. I was there. We had just finished, I think, our lunch or something in the afternoon. ਤੇ ਜਦੋਂ ਉਹ ਪਹਿਲੀ ਵਾਰ ਸਾਈਪਰਸ ਦੇ ਜਿੱਥੇ ਕਲੀਸਿਆ ਦੇ ਵਿੱਚ ਆਈ ਸੀ ਤੇ ਉਹ ਬੈਠੀ ਸੀਗੀ ਪਿੱਛੇ ਜਦੋਂ ਕਲੀਸਿਆ ਚੱਲ ਰਹੀ ਸੀ ਤੇ ਪਿੱਛੇ ਬੈਠੀ ਸੀ ਉੱਥੇ ਚੇਅਰਸ ਦੇ ਉੱਪਰ All her luggage, everything was just there only. She left everything. It was on a normal day, not church day. It was a normal day, weekday. ਤੇ ਉਹ ਇੱਕ ਨਾਰਮਲ ਡੇ ਸੀਗਾ ਇਦਾਂ ਕਲੀਸਿਆ ਵਾਲਾ ਪ੍ਰਚਾਰ ਵਾਲਾ ਦਿਨ ਨਹੀਂ ਸੀਗਾ ਤੇ ਫਸਟ ਟਾਈਮ ਜਦੋਂ ਸਾਈਪਰਸ ਚ ਆਈ ਸੀ ਤੇ ਉਹ ਆਪਣੇ ਲਗੇਜ ਵਗੈਰਾ ਲੈ ਕੇ ਸਮਾਨ ਲੈ ਕੇ ਪਿੱਛੇ ਬੈਠੀ ਸੀ That was her first time in the church. ਤੇ ਉਹ ਪਹਿਲਾ ਦਿਨ ਸੀਗਾ ਚਰਚ ਫਸਟ ਟਾਈਮ ਉਹ ਚਰਚ ਦੇ ਵਿੱਚ ਆਈ ਸੀ So somebody made tea, we ate whatever we ate, and then ਤੇ ਫਿਰ ਕਿਸੇ ਨੇ ਕੀ ਕੀਤਾ ਕਿ ਚਾਹ ਬਣਾਈ ਤੇ ਕੁਝ ਖਾਣ ਨੂੰ ਲੈ ਕੇ ਆਏ ਜੋ ਕੁਝ ਵੀ ਉਸ ਸਮੇਂ ਸਾਡੇ ਕੋਲ ਸੀਗਾ I noticed that Seema disappeared from there. She was sitting talking to us, and then I noticed that she disappeared. I wonder, where did she go? ਤੇ ਫਿਰ ਜਦੋਂ ਅਸੀਂ ਗੱਲ ਕਰ ਰਹੇ ਸੀ ਤੇ ਮੈਂ ਇੱਕਦਮ ਅਚਾਨਕ ਤੋਂ ਮੈਂ ਦੇਖਿਆ ਤੇ ਸੀਮਾ ਚਲੀ ਗਈ ਉਹ ਇੱਕਦਮ ਤੋਂ ਅਚਾਨਕ ਤੋਂ ਕਿੱਥੇ ਚਲੀ ਗਈ ਸੀ ਕਲੀਸਿਆ ਚ ਨਹੀਂ I could hear some noises in the kitchen. ਤੇ ਮੈਂ ਕੁਝ ਆਵਾਜ਼ਾਂ ਸੁਣੀਆਂ ਮੈਂ ਦੇਖਿਆ ਕਿ ਇੱਥੇ ਬੈਠੀ ਸੀ ਹੁਣ ਨਹੀਂ ਹੈ ਤੇ ਮੈਨੂੰ ਉਨੀ ਦੇਰ ਚ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ ਕਿਚਨ ਦੇ ਵਿੱਚੋਂ After a while, I saw her come out and sit down back on the chair with us. ਤੇ ਫਿਰ ਥੋੜੀ ਦੇਰ ਬਾਅਦ ਮੈਂ ਦੇਖਿਆ ਕਿ ਉਹ ਬਾਹਰ ਆਈ ਤੇ ਫਿਰ ਸਾਡੇ ਨਾਲ ਕੁਰਸੀ ਦੇ ਉੱਪਰ ਬੈਠ ਗਈ I was very curious to find out what she was doing in the kitchen. ਤੇ ਮੈਂ ਬੜਾ ਹੀ ਇਸ ਚੀਜ਼ ਨੂੰ ਲੈ ਕੇ ਕਿਊਰੀਅਸ ਸੀ ਮਤਲਬ ਮੈਂ ਜਾਣਨਾ ਚਾਹੁੰਦਾ ਸੀ ਕਿ ਉਹ ਕਰ ਕੀ ਰਹੀ ਸੀ ਕਿਚਨ ਦੇ ਵਿੱਚ ਉਹ ਕੀ ਕਰ ਰਹੀ ਸੀ So I got up and I went to the kitchen to see what was happening, what she had done. ਤੇ ਮੈਂ ਖੜਾ ਹੋਇਆ ਤੇ ਮੈਂ ਦੇਖਣ ਗਿਆ ਉਹਨੂੰ ਉਹਦੇ ਪਿੱਛੇ ਕਿ ਉਹ ਕਿਚਨ ਦੇ ਵਿੱਚ ਕੀ ਕਰ ਰਹੀ ਹੈ She washed all the cups and plates and tidied the kitchen and came out. ਤੇ ਮੈਂ ਦੇਖਿਆ ਕਿ ਉਹਨੇ ਕੀ ਕੀਤਾ ਜਿੰਨੇ ਵੀ ਸਾਰੇ ਕੱਪ ਪਲੇਟ ਸੀਗੇ ਉੱਥੇ ਜਾ ਕੇ ਉਹਨੇ ਵਾਸ਼ ਕੀਤੇ ਡਿਸ਼ ਵਾਸ਼ ਕੀਤੇ ਤੇ ਸਾਰੀ ਕਿਚਨ ਪੂਰੀ ਨੀਟ ਐਂਡ ਕਲੀਨ ਕਰਕੇ ਉਹ ਉੱਥੇ ਵਾਪਸ ਆਏ Now just remember, she's only been in the church less than 1 hour. We don't even know her. She doesn't even know us. We didn't tell her to do anything. ਤੇ ਮੈਂ ਬੜਾ ਹੈਰਾਨ ਹੋਇਆ ਇਸ ਗੱਲ ਨੂੰ ਦੇਖ ਕੇ ਕਿ ਇਸ ਕੁੜੀ ਨੂੰ ਸਿਰਫ ਹਲੇ 1 ਹੀ ਘੰਟਾ ਹੋਇਆ
ਪਹਿਲੀ ਵਾਰ ਆਈ ਹੈ, ਨਾ ਤਾਂ ਉਹ ਸਾਨੂੰ ਜਾਣਦੀ ਹੈ, ਨਾ ਅਸੀਂ ਉਹਨੂੰ ਜਾਣਦੇ ਹਾਂ, ਨਾ ਹੀ ਉਹਨੂੰ ਕਿਸੇ ਨੇ ਕਿਹਾ ਕਿ ਤੂੰ ਜਾ ਕੇ ਕਿਚਨ ਦੇ ਵਿੱਚ ਇਹ ਕਰ, ਤੇ ਉਹ ਸਭ ਕੁਝ ਆਪਣੇ ਆਪ ਕਰਕੇ ਆ ਗਈ। But she decided to do something and clean everything. This is the heart of kingdom principles in operation. ਤੇ ਕੀ ਹੋਇਆ ਕਿ ਉਹਦੇ ਦਿਲ ਦੇ ਵਿੱਚ ਐਸਾ ਮਨ ਦੇ ਵਿੱਚ ਆਇਆ ਕਿ ਮੈਂ ਕਰਾਂ, ਤੇ ਉਹ ਕਰਕੇ ਆ ਗਈ। ਤੇ ਇਹ ਇੱਕ ਐਸਾ ਦਿਲ ਹੈ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਕਿ ਜਿਹਦੇ ਵਿੱਚ ਪਰਮੇਸ਼ਰ ਦੀ ਇੱਛਾ ਆਪਣੇ ਆਪ ਭਰੀ ਹੋਈ ਹੈ। That day I noticed it, and I also know that God watched what she was doing also. ਤੇ ਉਸ ਦਿਨ ਮੈਂ ਨੋਟਿਸ ਕੀਤਾ ਕਿ ਸੱਚਮੁੱਚ ਪਰਮੇਸ਼ਰ ਜੋ ਚਾਹੁੰਦੇ ਆ ਉਹਨੇ ਉਹਦੀ ਆਪਣੀ ਇੱਛਾ ਉਹਦੇ ਵਿੱਚ ਰੱਖੀ ਹੈ, ਤੇ ਉਹ ਵੀ ਕਹਿ ਲਓ ਕਿ ਇੰਟਰਸਟਿਡ ਹੈ ਉਸ ਚੀਜ਼ ਨੂੰ ਪੂਰਾ ਕਰਨ ਦੇ ਵਿੱਚ ਜੋ ਪਰਮੇਸ਼ਰ ਉਹਦੇ ਮਨ ਦੇ ਵਿੱਚ ਪਾਉਂਦਾ ਹੈ, ਉਹ ਨਾਲ ਦੀ ਨਾਲ ਉਹਨੂੰ ਕਰਨ ਦੀ ਇੱਛਾ ਰੱਖਦੀ ਹੈ। That was a very powerful testimony, and it touched me to see what she had done. ਤੇ ਇਹ ਮੇਰੀ ਲਈ ਇੱਕ ਬੜੀ ਪਾਵਰਫੁਲ ਸਮਰਥੀ ਗਵਾਹੀ ਸੀ, ਜਿਹਨੂੰ ਕਿ ਮੈਂ ਜਦ ਮੈਂ ਦੇਖਿਆ ਤੇ ਮੇਰੇ ਦਿਲ ਨੂੰ ਛੂ ਗਈ ਕਿ ਇਹ ਸੱਚਮੁੱਚ ਇਹ ਪਰਮੇਸ਼ਰ ਦੇ ਨਾਲ ਜੁੜੀ ਹੋਈ ਹੈ। Small things like this, but they matter to God. ਤੇ ਬਹੁਤ ਸਾਰੀਆਂ ਐਸੀ ਚੀਜ਼ਾਂ ਨੇ ਪਰ ਪਰਮੇਸ਼ਰ ਦੇ ਲਈ ਮਾਇਨੇ ਰੱਖਦੀਆਂ ਨੇ। So as kingdom citizens, we have to develop our mind to do things like this automatically without someone telling us. ਤੇ ਪਰਮੇਸ਼ਰ ਦੇ ਰਾਜ ਦੇ ਵਿੱਚ ਇੱਕ ਸਿਟੀਜ਼ਨਸ ਹੋਣ ਦੇ ਨਾਤੇ, ਰਹਿਣ ਵਾਲੇ ਹੋਣ ਦੇ ਨਾਤੇ ਆਪਣੀ ਇਹ ਕਹਿ ਲਓ ਕਿ ਆਪਣਾ ਡਿਊਟੀ ਬਣਦੀ ਹੈ ਕਿ ਆਪਾਂ ਜਾਣ ਸਕੀਏ ਕਿ ਪਰਮੇਸ਼ਰ ਆਪਾਂ ਨੂੰ ਕੀ ਚਾਹੁੰਦਾ ਕਿ ਆਪਾਂ ਕਰੀਏ ਤੇ ਉਹਨੂੰ ਕਰੀਏ ਵੀ। And a lot of times we can only do these things if our heart is not proud. ਤੇ ਕਈ ਵਾਰੀ ਆਪਾਂ ਐਸੀ ਚੀਜ਼ਾਂ ਕਰ ਵੀ ਦਿੰਦੇ ਹਾਂ, ਕਰਦੇ ਹਾਂ ਕਿ ਜੋ ਪਰਮੇਸ਼ਰ ਨੇ ਆਪਣੇ ਦਿਲ 'ਚ ਪਾਇਆ ਆਪਾਂ ਕਰਦੇ ਹਾਂ, ਤੇ ਆਪਣੇ ਦਿਲ 'ਚ ਹੰਕਾਰ ਨਹੀਂ ਆਉਂਦਾ। Sometimes we refuse to do things because of wrong motives. ਤੇ ਪਰ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਦੂਸਰੀ ਤਰਫ ਦੇਖਿਆ ਜਾਏ ਤੇ ਕਿ ਪਰਮੇਸ਼ਰ ਨੇ ਆਪਣੇ ਮਨ ਦੇ ਵਿੱਚ ਕੁਝ ਕਰਨ ਦੇ ਲਈ ਪਾਇਆ ਤੇ ਆਪਾਂ ਰਿਫਿਊਜ਼ ਕਰਤਾ, ਆਪਾਂ ਉਹਨੂੰ ਇਨਕਾਰ ਕਰ ਦਿੰਦੇ ਹਾਂ ਤੇ ਨਹੀਂ ਕਰਦੇ। Because of laziness, because you don't care, because you are full of pride. ਤੇ ਇਹਦੇ ਕਈ ਕਾਰਨ ਹੋ ਸਕਦੇ, ਜਾਂ ਤਾਂ ਫਿਰ ਆਪਾਂ ਆਲਸੀ ਆ ਕਿ ਆਪਾਂ ਨੂੰ ਆਲਸ ਕੇ ਚੱਲ ਕੋਈ ਹੋਰ ਕਰ ਲੇਗਾ, ਜਾਂ ਫਿਰ ਆਪਣੇ ਅਹੰਕਾਰ ਹੈ ਕਿ ਮੈਂ ਕਿਉਂ ਕਰਾਂ, ਮੈਂ ਇਹ ਚੀਜ਼ਾਂ ਨਹੀਂ ਕਰੂੰਗਾ। We want to do things our way most of the time. ਤੇ ਜ਼ਿਆਦਾਤਰ ਕੀ ਹੁੰਦਾ ਹੈ, ਆਪਾਂ ਸਾਰੇ ਜਾਂ ਫਿਰ ਲੋਕੀ ਕਹਿ ਲਓ ਕਿ ਉਹ ਆਪਣੇ ਮੁਤਾਬਿਕ ਚੀਜ਼ਾਂ ਨੂੰ ਕਰਨਾ ਪਸੰਦ ਕਰਦੇ ਹੈ, without taking other people's thoughts and feelings into consideration. ਤੇ ਇਸ ਤਰੀਕੇ ਨਾਲ ਕੰਮ ਕਰਨਾ ਪਸੰਦ ਕਰਦੇ ਆ ਕਿ ਦੂਜੇ ਦੇ ਬਾਰੇ ਬਿਨਾਂ ਸੋਚੇ ਕਿ ਉਹਦੀ ਫੀਲਿੰਗਸ ਕੀ ਹੈ, ਉਹਨੂੰ ਕਿਵੇਂ ਲੱਗੇਗਾ, ਇਹ ਸਭ ਮਾਈਂਡ 'ਚ ਆਪਾਂ ਨਹੀਂ ਲੈ ਕੇ ਆਉਂਦੇ। The best way to enjoy doing things like this is to give God all the glory and do it with a smile on your face. ਸਭ ਤੋਂ ਵਧੀਆ ਤਰੀਕਾ ਕੀ ਹੈ ਇਸ ਚੀਜ਼ ਨੂੰ, ਇਹਨਾਂ ਚੀਜ਼ਾਂ ਜੋ ਆਪਾਂ ਕਰਦੇ ਆ ਕਲੀਸਿਆ ਵਿੱਚ ਉਹਨੂੰ ਇੰਜੋਏ ਕਰਨ ਦਾ, ਕਿ ਆਪਾਂ ਜੋ ਵੀ ਕਰੀਏ ਉਹਦੇ ਦੁਆਰਾ ਪਰਮੇਸ਼ਰ ਨੂੰ ਮਹਿਮਾ ਦੇਈਏ, ਤੇ ਇਹਦੇ ਨਾਲ ਆਪਾਂ ਨੂੰ ਬੜੀ ਹੀ ਖੁਸ਼ੀ ਮਿਲੇਗੀ। When we do it with a smile on our face, it means that we are doing these things because we love God. ਤੇ ਜਦ ਆਪਾਂ ਸਮਾਈਲ ਦੇ ਨਾਲ ਆਪਣੇ ਫੇਸ ਦੇ ਉੱਪਰ ਸਮਾਈਲ ਰੱਖ ਕੇ ਇਹ ਸਾਰੇ ਕੰਮ ਕਰਦੇ ਹਾਂ, ਇਟ ਮੀਨਸ ਉਹਦਾ ਇੱਕ ਉਹ ਦਰਸਾਉਂਦਾ ਹੈ ਕਿ ਇਹ ਪਰਮੇਸ਼ਰ ਦੇ ਲਈ ਹੈ, ਪਰਮੇਸ਼ਰ ਨੂੰ ਖੁਸ਼ ਕਰਨ ਵਾਲਾ ਹੈ। Let's not look at what the other person is doing or not doing. Let us look at what we are doing and what can we do. ਆਪਾਂ ਇਹ ਨਾ ਦੇਖੀਏ ਕਿ ਦੂਸਰਾ ਬੰਦਾ ਜਿਹਨੂੰ ਉਹ ਕੰਮ ਦਿੱਤਾ ਗਿਆ ਸੀ ਉਹ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ, ਪਰ ਬਜਾਏ ਆਪਾਂ ਆ ਦੇਖੀਏ ਕਿ ਮੈਂ ਕੀ ਕਰ ਰਿਹਾ, ਮੈਂ ਉਹ ਕਰ ਰਿਹਾ ਕਿ ਨਹੀਂ। Let us look at the scripture, Colossians chapter 3 verse 23. ਤੇ ਕਲੋਸੀਆਂ ਦੇ ਆਪਾਂ ਅਧਿਆਇ ਦੇਖਦੇ ਹਾਂ, ਕਲੋਸੀਆਂ ਚੈਪਟਰ 3 verse 23. 23. Okay, it says, whatever you do, work at it with your heart as working for the Lord and not for men. ਤੇ ਇੱਥੇ ਕਲੋਸੀਆਂ 3 ਤੇ ਉਹਦਾ 23 ਦੇ ਵਿੱਚ ਲਿਖਿਆ ਕਿ ਜੋ ਕੁਝ ਵੀ ਤੁਸੀਂ ਕਰੋ ਆਪਣੇ ਵਿਚਾਰਾਂ ਦੇ ਵਿੱਚ ਤੇ ਆਪਣੇ ਕੰਮਾਂ ਦੇ ਵਿੱਚ, ਉਹ ਸਭ ਕੁਝ ਪਰਮੇਸ਼ਰ ਨੂੰ ਮਹਿਮਾ ਦੇਣ ਦੇ ਲਈ ਹੋਏ, ਨਾ ਕਿ ਮਨੁੱਖਾਂ ਨੂੰ ਖੁਸ਼ ਕਰਨ ਦੇ ਲਈ। Amen. Let me read it again. Whatever you do, work at it with your heart as working for God and not for men. ਤੇ ਮੈਂ ਦੁਬਾਰਾ ਇਹਨੂੰ ਪੜਾਂਗਾ ਕਲੋਸੀਆਂ ਦੇ 3:23 ਨੂੰ ਕਿ ਜੋ ਕੁਝ ਵੀ ਤੁਸੀਂ ਕਰਦੇ ਹੋ ਉਹ ਇਸ ਤਰੀਕੇ ਨਾਲ ਕਰਨਾ ਕਿ ਉਹ ਪਰਮੇਸ਼ਰ ਨੂੰ ਮਹਿਮਾ ਦੇ, ਉਹ ਪਰਮੇਸ਼ਰ ਨੂੰ ਤੁਹਾਡੇ ਪੂਰੇ ਦਿਲ ਤੋਂ ਤੁਸੀਂ ਉਹਨੂੰ ਕਰੋ, ਤੇ ਮਨੁੱਖਾਂ ਨੂੰ ਪ੍ਰਸੰਨ ਕਰਨ ਵਾਲਾ ਨਾ ਹੋਏ ਬਲਕਿ ਪਰਮੇਸ਼ਰ ਨੂੰ ਪ੍ਰਸੰਨ ਕਰਨ ਵਾਲਾ ਹੋਏ। When I was at my workplace, I'll give you a very quick testimony about a man who was working with me.
ਤੇ ਜਦੋਂ ਆਪਾਂ ਕੰਮ ਕਰਨ ਦੀ ਥਾਂ ਦੇ ਬਾਰੇ ਗੱਲ ਕਰੀ ਤੇ ਮੇਰੇ ਇੱਕ ਜਿੱਥੇ ਮੈਂ ਕੰਮ ਕਰਦਾ ਸੀ ਉੱਥੇ ਇੱਕ ਬੰਦਾ ਸੀ ਤੇ ਮੈਂ ਉਹਦੀ ਬੜੀ ਵਧੀਆ ਗਵਾਹੀ ਦੇਣਾ ਚਾਹੂੰਗਾ। He was a Christian, so he was talking around with people, trying to share the gospel with people and not doing his work. ਤੇ ਉਹ ਉੱਥੇ ਮੇਰੇ ਨਾਲ ਹੀ ਕੰਮ ਕਰਦਾ ਸੀ ਤੇ ਮਸੀਹ ਸੀਗਾ ਤੇ ਉਹ ਕੀ ਕਰਦਾ ਸੀ ਜਦ ਵੀ ਉਹਨੇ ਲੋਕਾਂ ਨੂੰ ਦੇਖਣਾ ਤੇ ਇਕੱਠਾ ਕਰ ਲੈਣਾ ਉਸ ਕੰਮ ਦੀ ਥਾਂ ਤੇ ਉਹਨਾਂ ਨੂੰ ਮਸੀਹ ਦੇ ਬਾਰੇ ਦੱਸਣਾ ਤੇ ਕੰਮ ਨਹੀਂ ਕਰਨਾ ਪਰ ਜੋ ਕੀਤਾ ਜਾਣਾ ਚਾਹੀਦਾ ਸੀ। So whenever he would see me coming, he would pretend to do his work. ਤੇ ਜਿਵੇਂ ਉਹ ਮੈਨੂੰ ਦੇਖਦਾ ਸੀਗਾ ਕਿ ਪਾਸਟਰ ਜੀ ਆ ਰਹੇ ਨੇ ਤੇ ਉਹਨਾਂ ਨੂੰ ਦੇਖ ਕੇ ਇੱਕਦਮ ਤੋਂ ਉਹ ਕੰਮ ਕਰਨਾ ਸ਼ੁਰੂ ਹੋ ਜਾਂਦਾ ਸੀ। So I took this young man to the office and I explained to him. ਤੇ ਮੈਂ ਉਸ ਜਵਾਨ ਮੁੰਡੇ ਨੂੰ ਬੰਦੇ ਨੂੰ ਮੈਂ ਬੁਲਾਇਆ ਆਪਣੇ ਆਫਿਸ 'ਚ ਤੇ ਮੈਂ ਉਹਦੇ ਨਾਲ ਗੱਲਬਾਤ ਕੀਤੀ। I said, don't work because you're looking that I am watching you. ਤੇ ਮੈਂ ਉਹਨੂੰ ਸਾਫ਼-ਸਾਫ਼ ਕਿਹਾ ਕਿ ਤਾਂ ਕਰਕੇ ਕੰਮ ਨਾ ਕਰ ਕਿਉਂਕਿ ਮੈਂ ਤੈਨੂੰ ਦੇਖ ਰਿਹਾ ਹਾਂ ਤੂੰ ਮੈਨੂੰ ਦੇਖ ਕੇ ਉਹ ਕੰਮ ਕਰਨ ਲੱਗ ਜਾਏ। He said, I'm trying to share the gospel with Jesus, gospel of Jesus with them. I said, no, not here. ਤੇ ਉਹ ਕਹਿੰਦਾ ਕਿ ਨਹੀਂ ਮੈਂ ਤੇ ਯਿਸੂ ਮਸੀਹ ਦੇ ਬਾਰੇ ਮੈਂ ਪ੍ਰਚਾਰ ਕਰ ਰਿਹਾ ਸੀ ਇਹਨਾਂ ਲੋਕਾਂ ਨੂੰ ਮੈਂ ਦੱਸ ਰਿਹਾ ਸੀ ਮਸੀਹ ਦੇ ਬਾਰੇ ਤੇ ਮੈਂ ਉਹਨੂੰ ਜਵਾਬ ਦਿੱਤਾ ਕਿ ਨਹੀਂ ਇੱਥੇ ਨਹੀਂ। I said, here at work, you're paid to do your job, do your job. ਕਿਉਂਕਿ ਇੱਥੇ ਮੈਂ ਉਹਨੂੰ ਸਮਝਾਇਆ ਕਿ ਕਿਉਂਕਿ ਇੱਥੇ ਤੁਹਾਨੂੰ ਪੇ ਦਿੱਤੀ ਜਾਂਦੀ ਉਸ ਕੰਮ ਨੂੰ ਕਰਨ ਦੇ ਲਈ ਜਿਹਦੇ ਲਈ ਤੁਸੀਂ ਰੱਖੇ ਗਏ ਹੋ ਤੇ ਉਹਨੂੰ ਕਰਨਾ ਜ਼ਰੂਰੀ ਹੈ ਕਿਉਂਕਿ After ਤੁਸੀਂ your break, when you have lunch time or break time or when you finish your work, then you can share. ਤੇ ਫਿਰ ਮੈਂ ਉਹਨੂੰ ਸਮਝਾਇਆ ਕਿ ਜਦੋਂ ਬ੍ਰੇਕ ਟਾਈਮ ਹੁੰਦਾ ਜਾਂ ਫਿਰ ਜਦ ਆਪਣਾ ਕੰਮ ਪੂਰਾ ਕਰ ਲਏ ਜਿੰਨਾ ਨਿਯੁਕਤ ਕੀਤਾ ਗਿਆ ਤੇ ਉਸ ਤੋਂ ਬਾਅਦ ਤੁਸੀਂ ਮਸੀਹ ਦੇ ਬਾਰੇ ਸ਼ੇਅਰ ਕਰ ਸਕਦੇ ਹੋ ਉਹਨਾਂ ਲੋਕਾਂ ਨਾਲ। Because if they are watching you and you're not doing any work, they will say, how can you talk about Jesus when you're not doing any work? ਕਿਉਂਕਿ ਜਦੋਂ ਲੋਕੀ ਜੋ ਦੂਸਰੇ ਲੋਕੀ ਜੋ ਆਫਿਸ ਦੇ ਵਿੱਚ ਉਹ ਦੇਖਣਗੇ ਤੁਹਾਨੂੰ ਕਿ ਤੂੰ ਆਪਣਾ ਕੰਮ ਨਹੀਂ ਕਰ ਰਿਹਾ ਤੇ ਤੂੰ ਜ਼ਿਆਦਾਤਰ ਇਹੀ ਕਰਦਾ ਰਹਿੰਦਾ ਤਾਂ ਉਹਨਾਂ ਨੂੰ ਐ ਲੱਗੇਗਾ ਕਿ ਯਿਸੂ ਮਸੀਹ ਨੂੰ ਮੰਨਦੇ ਹੈ ਪਰ ਇਹ ਕੰਮ ਨਹੀਂ ਕਰਦੇ ਆਪਣਾ। And I said, don't look to the side all the time because he's the boss coming, he's looking, if I'm coming, he's looking to the side all the time. ਤੇ ਮੈਂ ਉਹਨੂੰ ਸਮਝਾਇਆ ਕਿ ਹਮੇਸ਼ਾ ਇੱਧਰ ਉੱਧਰ ਨਹੀਂ ਦੇਖਣਾ ਸਾਈਡ 'ਚ ਨਹੀਂ ਦੇਖਣਾ ਕਿ ਕਿਤੇ ਮੇਰਾ ਬੌਸ ਤੇ ਨਹੀਂ ਉੱਥੋਂ ਆ ਰਿਹਾ ਤੇ ਮੈਂ ਫਟਾਫਟ ਕੰਮ ਲੱਗ ਜਾਵਾਂ ਏਦਾਂ ਨਹੀਂ ਦੇਖਣਾ। I said, my friend, look up because God is looking at you. ਤੇ ਮੈਂ ਉਹਨੂੰ ਕਿਹਾ ਕਿ ਮੇਰੇ ਦੋਸਤ ਹਮੇਸ਼ਾ ਆਪਣੀ ਨਜ਼ਰ ਉੱਪਰ ਰੱਖਣੀ ਹੈ ਉੱਪਰ ਦੇਖਣਾ ਹੈ ਕਿ ਮੈਂ ਜੋ ਕੁਝ ਵੀ ਕਰ ਰਿਹਾ ਪਰਮੇਸ਼ਰ ਮੈਨੂੰ ਨਿਹਾਰਦਾ ਹੈ। That friend, he said, oh my friend, he said, thank you so much for telling me this. ਤੇ ਉਹਨੇ ਬੜਾ ਖੁਸ਼ ਹੋ ਕੇ ਕਿ ਮੇਰੇ ਪਿਆਰੇ ਦੋਸਤ ਮੈਂ ਬੜਾ ਖੁਸ਼ ਹਾਂ ਕਿ ਤੂੰ ਮੈਨੂੰ ਇਹ ਦੱਸਿਆ। I said, there is a time and a place for what we do. ਤੇ ਮੈਂ ਉਹਨੂੰ ਸਮਝਾਇਆ ਕਿ ਮੈਨੂੰ ਦੱਸਿਆ ਕਿ ਇੱਕ ਸਮੇਂ ਇੱਕ ਥਾਂ ਹੈ ਹਰ ਚੀਜ਼ ਨੂੰ ਕਰਨ ਦੇ ਲਈ। Okay. Just going further now, when we थोड़ा सा आगे जाने complain हैं and do not do a job that we are told to do, when we complain about not doing whatever say pastor tells you to do, ਤੇ ਜਦ ਆਪਾਂ ਇਸ ਗੱਲ ਬਾਰੇ ਬੁੜਬੁੜਾਉਂਦੇ ਜਾਂ ਫਿਰ ਕੰਪਲੇਨ ਕਰਦੇ ਆ ਕਿ ਇਹ ਨਹੀਂ ਕਰ ਰਹੇ ਆਪਾਂ ਉਹ ਨਹੀਂ ਕਰ ਰਹੇ ਜੋ ਆਪਾਂ ਨੂੰ ਪਾਸਟਰ ਜੀ ਨੇ ਕਿਹਾ ਹੈ ਜਾਂ ਫਿਰ ਕੁਝ ਲੋਕ ਉਹ ਨਹੀਂ ਕਰ ਰਹੇ we are not building the kingdom of God then. ਤੇ ਜੇ ਆਪਾਂ ਨੂੰ ਇਸ ਗੱਲ ਤੋਂ ਕੰਪਲੇਨ ਹੈ ਕਿ ਨਹੀਂ ਆਪਾਂ ਉਹ ਨਹੀਂ ਕਰਨਾ ਚਾਹੁੰਦੇ ਜੋ ਪਾਸਟਰ ਨੇ ਕਿਹਾ ਜਾਂ ਫਿਰ ਬੱਚਿਆਂ ਨੂੰ ਕਿਹਾ ਤੇ ਇਟ ਮੀਨਸ ਕਿ ਆਪਾਂ ਜੋ ਪਰਮੇਸ਼ਰ ਦਾ ਜੋ ਰਾਜ ਹੈ ਉਹਦੀ ਖਿਲਾਫਤ ਕਰ ਰਹੇ ਉਹਦੇ ਵਿੱਚ ਆਪਾਂ ਕੰਪਲੇਨ ਕਰ ਰਹੇ Because we are operating in rebellion. ਕਿਉਂਕਿ ਉਹਦਾ ਕੀ ਮਤਲਬ ਹੈ ਕਿ ਆਪਾਂ ਇੱਕ ਤਰ੍ਹਾਂ ਰਿਬੈਲ ਕਰ ਰਹੇ ਆ ਉਹਨਾਂ ਦਾ ਕਹਿ ਲੋ ਕਿ ਰਿਬੈਲੀਅਨ ਮੀਨਸ ਕਿ ਉਹਨਾਂ ਦੇ ਅਗੇਂਸਟ ਆ ਰਹੇ ਨੂੰ ਕੰਫਰਟ ਕਰ ਰਹੇ ਆ Against God. Yeah. They're going against God. Say for instance, if David says to say Jennifer, go and just clean the bathroom, and Jennifer goes, not for me. Example, Jennifer. ਤੁਸੀਂ ਇੱਕ ਵਾਰੀ ਮੰਨ ਕੇ ਵੇਖ ਲਈ ਕਿ ਦਵਿੰਦਰ ਜੇ ਜੈਨੀਫਰ ਨੂੰ ਕਹਿ ਦਿੰਦੇ ਸਿਸਟਰ ਨੂੰ ਕਿ ਤੂੰ ਜਾ ਕੇ ਟਾਇਲਟ ਸਾਫ਼ ਕਰ ਜਾਂ ਫਿਰ ਕੁਝ ਵੀ ਕਲੀਨਿੰਗ ਕਰ ਜੈਨੀਫਰ ਕੋ ਨੋ ਕਿ ਇਹ ਮੇਰੇ ਲਈ ਨਹੀਂ ਹੈ It is the attitude how we look. That is the house of God, not David's house. ਤੇ ਇਹ ਆਪਣਾ ਐਟੀਟਿਊਡ ਹੈ ਆਪਣੇ ਵਿਚਾਰ ਕਿ ਆਪਾਂ ਉਹਦੇ ਬਾਰੇ ਕਿਵੇਂ ਪਰਸੀਵ ਕਰਦੇ ਕਿਵੇਂ ਸੋਚਦੇ ਆ ਉਹਦੇ ਬਾਰੇ ਕਿ ਉਹ ਐਕਚੁਅਲ 'ਚ ਦੇਖਿਆ ਜਾਏ ਤਾਂ ਉਹ ਦਵਿੰਦਰ ਦਾ ਘਰ ਤੇ ਨਹੀਂ ਹੈ ਉਹ ਪਰਮੇਸ਼ਰ ਦਾ ਘਰ ਹੈ ਤੇ ਉਹਦੇ ਵਿੱਚ ਕਿਹਾ ਗਿਆ ਆਪਾਂ Now think, if God stood in front of Jennifer and said, Jennifer, go and clean the toilet, what would Jennifer do? She would run because she's scared of God.
ਤੇ ਇੱਕ ਵਾਰੀ ਸੋਚ ਕੇ ਦੇਖੋ ਕਿ ਪਰਮੇਸ਼ਰ ਨੇ ਰਵਿੰਦਰ ਦੀ ਥਾਂ ਤੇ ਪਰਮੇਸ਼ਰ ਆਮਨੇ ਸਾਹਮਣੇ ਆ ਕੇ ਆਪਣੇ ਖੜੇ ਹੋ ਗਏ ਤੇ ਉਹਨੇ ਜੈਨੀਫਰ ਨੂੰ ਕਿਹਾ ਕਿ ਜੈਨੀਫਰ ਇਹ ਕੰਮ ਕਰਨਾ ਤੇ ਫਿਰ ਉਦੋਂ ਜੈਨੀਫਰ ਕੀ ਜਵਾਬ ਦੇਗੀ ਕਿ ਉਹ ਹੋ ਸਕਦਾ ਉਹਦੇ ਤੋਂ ਹੋ ਜਾਏਗਾ ਕਿ ਉਹ ਨਾ ਕਰ ਦੇ। But you see, God places people in authority to do His work in the church. ਤੇ ਆਪਾਂ ਦੇਖਦੇ ਹਾਂ ਵਚਨ ਦੇ ਮੁਤਾਬਿਕ ਵੀ ਕਿ ਪਰਮੇਸ਼ਰ ਨੇ ਅਧਿਕਾਰੀਆਂ ਨੂੰ ਉਹਨਾਂ ਦੀ ਅਧਿਕਾਰ ਵਾਲੀ ਥਾਂ ਦੇ ਉੱਪਰ ਨਿਯੁਕਤ ਕੀਤਾ ਹੈ ਤਾਂ ਕਿ ਆਪਾਂ ਸਾਰੇ ਕੰਮ ਕਰ ਸਕੀਏ। So sometimes when a leader tells you to do something, it is as good as God telling you to do that. ਤੇ ਫਿਰ ਤਾਂ ਕਰਕੇ ਕਈ ਵਾਰੀ ਇਦਾਂ ਹੁੰਦਾ ਕਿ ਜੋ ਅਧਿਕਾਰੀ ਉਸ ਥਾਂ ਦੇ ਉੱਪਰ ਜੋ ਨਿਯੁਕਤ ਕੀਤਾ ਗਿਆ ਹੈ ਉਹ ਆਪਾਂ ਨੂੰ ਜਦ ਕੁਝ ਕਰਨ ਦੇ ਲਈ ਕਹਿੰਦਾ ਇਹਦਾ ਮਤਲਬ ਹੈ ਕਿ ਉਹ ਪਰਮੇਸ਼ਰ ਦੇ ਦੁਆਰਾ ਨਿਯੁਕਤ ਕੀਤਾ ਗਿਆ ਤੇ ਆਪਾਂ ਨੂੰ ਕੁਝ ਉਹ ਕਹਿ ਰਿਹਾ ਹੈ ਕਰਨ ਦੇ ਲਈ। As long as it is the right thing that He's telling you to do. ਤੇ ਜਿੰਨੀ ਦੇਰ ਤੱਕ ਆਪਾਂ ਨੂੰ ਇਹ ਚੀਜ਼ ਸਮਝ ਆਉਂਦੀ ਇਸ ਵਚਨ ਨੂੰ ਆਪਾਂ ਸਮਝ ਲੈਂਦੇ ਹਾਂ ਤਾਂ ਸਹੀ ਚੀਜ਼ ਹੈ ਕਰਨਾ ਉਹਦੀ ਅਧੀਨਤਾ ਹੀ ਕਰਨਾ ਸਹੀ ਚੀਜ਼ ਹੈ। Not if He's saying go and wash my clothes and clean my shoes and do everything, then that is a bit different. ਤੇ ਪਰ ਜੇ ਉਹ ਇਦਾਂ ਕਹਿਣ ਲੱਗ ਜਾਣ ਕਿ ਜਾ ਕੇ ਮੇਰੇ ਸ਼ੂਜ਼ ਸਾਫ਼ ਕਰ ਮੇਰੇ ਕੱਪੜੇ ਤੋਂ ਉਹ ਫਿਰ ਉਹ ਗਲਤ ਹੈ ਉਹ ਪਰਮੇਸ਼ਰ ਦੀ ਤਰਫ ਤੋਂ ਨਹੀਂ ਹੈ। You can still do it to help Him out. ਤੇ ਫਿਰ ਵੀ ਤੁਸੀਂ ਕਰ ਸਕਦੇ ਹੋ ਇੱਕ ਚੰਗੀ ਉਹਨੂੰ ਮਦਦ ਕਰਨ ਦੇ ਲਈ। Okay, remember one thing, you bring glory to God by doing your righteous things. ਤੇ ਹਮੇਸ਼ਾ ਇੱਕ ਚੀਜ਼ ਯਾਦ ਰੱਖਣੀ ਹੈ ਕਿ ਤੁਸੀਂ ਪਰਮੇਸ਼ਰ ਦੇ ਲਈ ਆਪਾਂ ਸਭ ਪਰਮੇਸ਼ਰ ਦੇ ਲਈ ਮਹਿਮਾ ਉਤਪੰਨ ਕਰਦੇ ਮਹਿਮਾ ਲੈ ਕੇ ਆਉਂਦੇ ਹਾਂ ਜਦੋਂ ਆਪਾਂ ਧਾਰਮਿਕਤਾ ਦੇ ਕੰਮ ਕਰਦੇ ਹਾਂ ਦੂਸਰੇ ਨਹੀਂ ਜਦੋਂ ਆਪਾਂ ਧਾਰਮਿਕਤਾ ਦੇ ਕੰਮ ਕਰਦੇ ਹਾਂ। Our topic is do all for God's glory. ਤੇ ਆਪਣਾ ਅੱਜ ਦਾ ਟੌਪਿਕ ਇਹ ਹੈ ਕਿ ਸਭ ਕੁਝ ਪਰਮੇਸ਼ਰ ਦੀ ਮਹਿਮਾ ਦੇ ਲਈ ਕਰਨਾ। So every one of us can bring glory to God by what we do. ਤੇ ਤਾਂ ਕਰਕੇ ਆਪਣੇ ਵਿੱਚੋਂ ਹਰ ਇੱਕ ਜਾਣੋ ਕਰ ਸਕਦਾ ਜਿਹਦੇ ਦੁਆਰਾ ਪਰਮੇਸ਼ਰ ਨੂੰ ਮਹਿਮਾ ਮਿਲੇ। Let us read Matthew chapter 5 verse 16. ਤੇ ਮਤੀ ਦੇ ਬੁੱਕ ਦੇ ਵਿੱਚੋਂ ਦੇਖਦੇ ਹਾਂ ਚੈਪਟਰ 5 verse 16. ਤੇ 16 ਵਚਨ ਮਤੀ 5:16 It says, let your light shine before men in such a way. ਤੇ ਇੱਥੇ ਲਿਖਿਆ ਇਸੇ ਪ੍ਰਕਾਰ ਤੁਹਾਡਾ ਜੋ ਪ੍ਰਕਾਸ਼ ਹੈ ਮਨੁੱਖਾਂ ਦੇ ਸਾਹਮਣੇ ਚਮਕੇ that they may see your good deeds and glorify your Father who is in heaven. ਤਾਂ ਕਿ ਉਹ ਦੇਖ ਸਕਣ ਤੇਰੇ ਭਲੇ ਕੰਮਾਂ ਨੂੰ ਦੇਖ ਕੇ ਤੇਰੇ ਪਿਤਾ ਦੀ ਮਹਿਮਾ ਕਰ ਸਕਣ ਜੋ ਸਵਰਗ ਦੇ ਵਿੱਚ ਹੈ। Amen. Did we all get that? ਤੇ ਸਭ ਨੂੰ ਇਹ ਸਮਝ ਆਈ ਇਸ ਵਚਨ ਦੀ? Let your light shine before men, before everyone. ਤੇ ਕਿ ਇੱਥੇ ਲਿਖਿਆ ਕਿ ਤੁਹਾਡਾ ਪ੍ਰਕਾਸ਼ ਸਭ ਦੇ ਉੱਪਰ ਪ੍ਰਗਟ ਹੋਏ ਸਭ ਦੇ ਉੱਪਰ ਚਮਕੇ। So they will see what you are doing and they will glorify God. ਤਾਂ ਕਿ ਉਹ ਦੇਖਣ ਕਿ ਤੁਸੀਂ ਕੀ ਕਰ ਰਹੇ ਹੋ ਤੇ ਉਸ ਦੇ ਦੁਆਰਾ ਉਹ ਪਰਮੇਸ਼ਰ ਨੂੰ ਮਹਿਮਾ ਮਿਲੇ। Amen. ਆਮੀਨ। These are small things. Let me just share you another testimony to help you out also. This एक is a बहुत testimony of a pastor, American pastor who went to Nigeria. ਤੇ ਇੱਕ ਟੈਸਟੀਮਨੀ ਸ਼ੇਅਰ ਕਰਾਂਗਾ ਕਿ ਇੱਕ ਗਵਾਹੀ ਅਮਰੀਕਨ ਪਾਸਟਰ ਦੀ ਜੋ ਕਿ ਗਏ ਸੀ ਪ੍ਰਚਾਰ ਦੇ ਲਈ। Some of you know this testimony. I will share it again just because it's connecting to what we do here. ਤੇ ਕੁਝ ਇੱਕ ਤੁਹਾਡੇ ਚ ਜਾਣਦੇ ਇਸ ਗਵਾਹੀ ਨੂੰ ਮੈਂ ਫਿਰ ਵੀ ਸ਼ੇਅਰ ਕਰਾਂਗਾ। When this American pastor was in Nigeria, he saw one man was always helping out, doing a lot of things, helping him out. ਤੇ ਜਦੋਂ ਇਹ ਜੋ ਅਮਰੀਕਨ ਪਾਸਟਰ ਸੀਗਾ ਉਹ ਨਾਈਜੀਰੀਆ ਦੇ ਵਿੱਚ ਗਿਆ ਤੇ ਉਹਨੇ ਉਸ ਪਾਸਟਰ ਨੇ ਇੱਕ ਐਸੇ ਪਰਸਨ ਨੂੰ ਦੇਖਿਆ ਜੋ ਕਿ ਭੱਜ ਕੇ ਇੱਧਰ ਉੱਧਰ ਭੱਜ ਕੇ ਬੜੇ ਕੰਮ ਕਰ ਰਿਹਾ ਸੀ ਤੇ ਲੋਕਾਂ ਦੀ ਬੜੀ ਹੈਲਪ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। He was even doing all the small things, helping out the American pastor. All small things he was doing. ਤੇ ਉਹਨਾਂ ਨੇ ਦੇਖਿਆ ਕਿ ਉਹਨੂੰ ਹੈਲਪ ਕਰਨ ਦੇ ਲਈ ਈਵਨ ਕਿ ਛੋਟੀ ਚੀਜ਼ਾਂ ਵੀ ਉਹ ਕਰ ਰਿਹਾ ਭੱਜ ਕੇ ਕਰ ਰਿਹਾ। The Nigerian pastor said to the American pastor, "Do you know who this man is who's helping me?" ਤੇ ਜਿਹੜਾ ਉੱਥੋਂ ਦਾ ਪਾਸਟਰ ਸੀ ਨਾਈਜੀਰੀਆ ਦਾ ਉਹਨੇ ਉਸ ਅਮਰੀਕਨ ਪਾਸਟਰ ਨੂੰ ਕਿਹਾ ਕਿ ਕੀ ਤੁਸੀਂ ਜਾਣਦੇ ਹੋ ਕਿ ਇਹ ਕੌਣ ਹੈ ਜੋ ਕਰ ਰਿਹਾ ਹੈ? He said that this man is the FBI director. ਤੇ ਉਹਨਾਂ ਨੇ ਕਿਹਾ ਕਿ ਇਹ ਜੋ ਬੰਦਾ ਜੋ ਕਰ ਰਿਹਾ ਉਹ FBI ਦਾ ਡਾਇਰੈਕਟਰ ਹੈ ਅਸਲ He's ਚ। a very, very powerful man in Nigeria, director of the FBI. ਤੇ ਡਾਇਰੈਕਟਰ ਆਫ FBI ਕੀ ਇੱਕ ਨਾਈਜੀਰੀਆ ਦੇ ਵਿੱਚ ਮੀਨਸ ਕਿ ਉਹ ਬੜੇ ਪਾਵਰਫੁਲ ਹੁੰਦੇ ਕਿ ਪਾਵਰਫੁਲ ਬੰਦਾ ਹੈ ਉਹ ਅਥਾਰਟੀ ਵਾਲਾ।
He chose to do God's work in a humble way by doing small things in the church. ਇਹਨੇ ਆਪਣੀ ਇੱਛਾ ਦੇ ਨਾਲ ਇਹ ਕਰਨ ਦੇ ਲਈ ਚੂਜ਼ ਕੀਤਾ ਹੈ ਕਿ ਮੈਂ ਪਰਮੇਸ਼ਰ ਦੀ ਸੇਵਾ ਪਰਮੇਸ਼ਰ ਦੇ ਕੰਮਾਂ ਨੂੰ ਕਰਾਂਗਾ ਆਪਣੀ ਇੱਛਾ ਦੇ ਨਾਲ I hope this testimony helps you to think, where do we stand in doing things for God in the house? ਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਜੋ ਗਵਾਹੀ ਹੈ ਇਹ ਤੁਹਾਨੂੰ ਸੋਚਣ ਤੇ ਮਜਬੂਰ ਕਰੇਗੀ ਕਿ ਮੈਂ ਪਰਮੇਸ਼ਰ ਦੇ ਵਿੱਚ ਮੈਂ ਕਿੱਥੇ ਖੜਾ ਹੁੰਦਾ ਤੇ ਮੈਂ ਜੋ ਕਰਦਾ ਉਹ ਮੈਂ ਕਿੱਥੇ ਤੱਕ ਪਰਮੇਸ਼ਰ ਦੇ ਲਈ ਕਰਦਾ Well, let me ask you a couple of questions. What do ਤੇ ਮੈਂ people ਸਭ ਤੁਹਾਡੇ ਤੋਂ ਇੱਕ see ਪਰਸਨਲ in your ਕੁਐਸਚਨ ਪੁੱਛਦਾ lifestyle? What do people see in your lifestyle? ਕਿ ਇਹ ਕੁਐਸਚਨ ਕਰਦਾ ਮੈਂ ਐਂਡ ਦੇ ਵਿੱਚ ਇਹਦੇ ਲਈ ਕਿ ਸਭ ਲੋਕੀ ਸਾਰੇ ਮਨੁੱਖ ਤੁਹਾਡੀ ਜ਼ਿੰਦਗੀ ਦੇ ਵਿੱਚ ਪਰਸਨਲੀ ਹਰ ਇੱਕ ਦੀ ਲਾਈਫ 'ਚ ਜਿੰਨੇ ਵੀ ਅੱਜ ਆਪਾਂ ਇੱਥੇ ਆ ਉਹਦੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਲੋਕੀ ਕੀ ਦੇਖਦੇ ਉਹਨਾਂ ਨੂੰ ਕੀ ਦਿਖਾਈ ਦਿੰਦਾ ਆਪਣੇ ਅੰਦਰ They see a good attitude, ਕੀ ਉਹ ਤੁਹਾਡਾ ਇੱਕ or bad ਚੰਗਾ attitude? ਸੁਭਾਅ ਦੇਖਦੇ ਆ Good behavior or bad behavior? ਉਹ ਤੁਹਾਡੇ ਬਿਹੇਵੀਅਰ ਨੂੰ ਦੇਖਦੇ ਆ ਉਹ ਗੁੱਡ ਬਿਹੇਵੀਅਰ ਨੂੰ ਦੇਖਦੇ ਆ ਬੈਡ ਬਿਹੇਵੀਅਰ ਨੂੰ ਦੇਖਦੇ ਆ ਕਿ ਕਿਹੋ ਜਿਹਾ ਹੈ They ਆਪਣਾ see, do they feel or see that you have pride in you? ਕੀ ਉਹਨਾਂ ਨੂੰ ਐਵੇਂ ਲੱਗਦਾ ਹੈ ਕਿ ਤੁਹਾਡੇ ਅੰਦਰ ਅਹੰਕਾਰ ਹੈ Do they feel that you are disrespectful? ਤੇ ਕੀ ਉਹਨਾਂ ਨੂੰ ਏਦਾਂ ਮਹਿਸੂਸ ਹੁੰਦਾ ਹੈ ਕਿ ਤੁਸੀਂ ਇੱਕ ਇੱਜ਼ਤ ਦੇ ਯੋਗ ਨਹੀਂ ਗਏ Or do ਬੇਇੱਜ਼ਤ they ਹੈ feel, or do they feel that you're such a good person that your nature is so loving that they all want to come to you? ਜਾਂ ਫਿਰ ਉਹਨਾਂ ਲੋਕਾਂ ਨੂੰ ਕਿਸੇ ਜੋ ਵੀ ਆਪਣੇ ਆਲੇ ਦੁਆਲੇ ਉਹਨਾਂ ਨੂੰ ਐ ਲੱਗਦਾ ਕਿ ਇਹਦਾ ਸੁਭਾਅ ਬਹੁਤ ਵਧੀਆ ਹੈ ਤੇ ਇਹਦੇ ਨਾਲ ਮੈਂ ਹੋ ਕੇ ਚੱਲਣਾ ਚਾਹਨਾ How can you check this for yourself? ਤੇ ਮੈਂ ਪੁੱਛਦਾ ਕਿ ਆਪਾਂ ਸਾਰੇ ਇਸ ਚੀਜ਼ ਨੂੰ ਆਪਣੇ ਲਈ ਕਿਵੇਂ ਚੈੱਕ ਕਰ ਸਕਦੇ ਹਾਂ Ask ਕਿਵੇਂ ਆਪਾਂ ਇਸ yourself, ਚੀਜ਼ ਨੂੰ ਚੈੱਕ ਕਰਾਂਗੇ do people come to me or do people run away from me? ਕਿ ਲੋਕੀ ਮੇਰੇ ਕੋਲ ਆਉਂਦੇ ਆਪਾਂ ਦੇਖ ਸਕਦੇ ਕਿ ਲੋਕੀ ਮੇਰੇ ਕੋਲ ਆਉਂਦੇ ਆ ਮੈਨੂੰ ਪੁੱਛਦੇ ਆ ਜਾਂ ਫਿਰ ਭੱਜ ਜਾਂਦੇ ਜਦ ਮੈਨੂੰ ਦੇਖਦੇ Because if you are loving and caring, people will come to you. ਕਿਉਂਕਿ ਜੇ ਤੁਸੀਂ ਪਿਆਰ ਕਰਨ ਵਾਲੇ ਤੇ ਕੇਅਰ ਪਰਵਾਹ ਕਰਨ ਵਾਲੇ ਇਨਸਾਨ ਹੋ ਤੇ ਲੋਕੀ ਤੁਹਾਡੇ ਕੋਲ ਆਉਣਗੇ ਆਪਣੇ ਆਪ But if you're disrespectful and don't treat people right, they will run away from you. ਪਰ ਜੇ ਤੁਸੀਂ ਮੀਨਸ ਬੇਇੱਜ਼ਤ ਕਰਨ ਵਾਲੇ ਹੋ ਜਾਂ ਫਿਰ ਕਿਸੇ ਨੂੰ ਰਿਸਪੈਕਟ ਨਹੀਂ ਦੇਣ ਵਾਲੇ ਤੇ ਉਹ ਆਬਵੀਅਸਲੀ ਦੂਰ ਭੱਜ ਜਾਣਗੇ ਲੋਕੀ If people are running away from you, you can't blame them. There's something wrong with you. ਕਿਉਂਕਿ ਜਦ ਲੋਕੀ ਜਿਹੜੇ ਆਪਣੇ ਤੋਂ ਦੂਰ ਭੱਜਦੇ ਤੇ ਉਸ 'ਚ ਆਪਾਂ ਉਹਨਾਂ ਨੂੰ ਬਲੇਮ ਨਹੀਂ ਕਰ ਸਕਦੇ ਆਪਾਂ ਨੂੰ ਦੇਖਣਾ ਹੈ ਕਿ ਕੁਛ ਨਾ ਕੁਛ ਆਪਣੇ ਅੰਦਰ ਹੀ ਗਲਤ ਹੈ ਕਿਉਂਕਿ ਉਹ ਦੇਖ ਕੇ ਜਾ ਰਹੇ ਹੈ ਆਪਣੇ ਕੋਲ In ਆਉਣਾ our, ਪਸੰਦ in our church, there was a lady, every day no one would talk to her. They would all run away from her. ਤੇ ਆਪਣੀ ਕਲੀਸਿਆ ਦੇ ਵਿੱਚ ਇੱਕ ਕੁੜੀ ਸੀ ਇੱਕ ਲੇਡੀ ਸੀਗੀ ਜਿਹਨੂੰ ਦੇਖ ਕੇ ਲੋਕੀ ਭੱਜ ਜਾਂਦੇ ਸੀ ਕੋਈ ਉਹਦੇ ਨਾਲ ਜ਼ਿਆਦਾ ਗੱਲਬਾਤ ਜਾਂ ਫਿਰ ਸਮਾਂ ਬਿਤਾਉਣਾ ਪਸੰਦ ਨਹੀਂ ਕਰਦਾ ਸੀਗਾ She's always so negative. Every time I am sick, why no one is helping me? Why people are not coming to pray for me? Negative all the time. ਤੇ ਹਮੇਸ਼ਾ ਹਰ ਵੇਲੇ ਮੈਂ ਜਦੋਂ ਉਹਦੇ ਲਈ ਪ੍ਰਾਰਥਨਾ ਵੀ ਕਰਦਾ ਸੀ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਹਮੇਸ਼ਾ ਨੈਗੇਟਿਵ Complain about everything. My neighbors are playing loud music at night. I can't sleep. My milkman is not coming in time. All problems. ਤੇ ਕੀ ਹੁੰਦਾ ਸੀਗਾ ਕਿ ਜਦ ਵੀ ਉਹਦੇ ਨਾਲ ਗੱਲ ਕਰਨ ਬੈਠਣਾ ਕੋਈ ਪੁੱਛਣ ਬੈਠਣਾ ਹਮੇਸ਼ਾ ਸ਼ਿਕਾਇਤ ਕਿ ਮੇਰਾ ਦੁੱਧ ਵਾਲਾ ਟਾਈਮ ਤੇ ਨਹੀਂ ਆਇਆ ਮੈਨੂੰ ਮੇਰੇ ਪੜੋਸੀਆਂ ਨੇ ਇਹ ਕੀਤਾ ਮੇਰੇ ਹਮੇਸ਼ਾ ਕੰਪਲੇਂਟਸ ਕਰਨਾ ਉਹਨੇ Sometimes I see her in a church and I say to her, Ruth, how are you? ਤੇ ਕਈ ਵਾਰੀ ਮੈਂ ਆਪਣੀ ਕਲੀਸਿਆ ਦੇ ਵਿੱਚ ਉੱਥੇ ਦੇਖਦਾ ਸੀਗਾ ਕਿ ਮੈਂ ਉਹਨੂੰ ਦੇਖਣਾ ਤੇ ਮੈਂ ਕਿਹਾ ਵੀ ਕਿ ਰੂਥ ਕਿੱਦਾਂ ਹੈ ਤੂੰ ਉਹਦਾ ਹਾਲ ਚਾਲ ਪੁੱਛਣਾ Brother, all these problems on every problem. Oh my God. ਤੇ ਜਿਵੇਂ ਹੀ ਮੈਂ ਇਹਨਾਂ ਪੁੱਛਣਾ ਕਿ ਤੇਰਾ ਹਾਲ ਕੀ ਹੋ ਤੇ ਉਹ ਮੈਨੂੰ ਬਹੁਤ ਦਿੱਕਤਾਂ ਨੇ ਮੇਰੀ ਜ਼ਿੰਦਗੀ ਐਵੇਂ ਹੋਈ ਪਈ ਹੈ Everybody runs away from her. ਤੇ ਭੱਜ ਜਾਂਦੇ ਸੀ ਉਹਨੂੰ ਦੇਖ ਕੇ So, how do people see you? Today, most of us are like in leadership roles. So, how do people see you? ਤੇ ਲੋਕੀ ਤੁਹਾਨੂੰ ਆਪਣੇ ਆਪਾਂ ਨੂੰ ਸਭ ਨੂੰ ਪਰਸਨਲੀ ਲੋਕੀ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੈ ਜਦੋਂ ਕਲੀਸਿਆ ਦੇ ਵਿੱਚ ਆਪਾਂ Because according to Matthew chapter 5 verse 16, your light needs to shine and people need to see your good works for them to give God glory. ਕਿਉਂਕਿ ਮੱਤੀ 5:16 ਦੇ ਮੁਤਾਬਿਕ ਜੋ ਆਪਾਂ ਪੜਿਆ ਉਸ 'ਚ ਦੇਖਿਆ ਕਿ ਤੁਹਾਡਾ ਪ੍ਰਕਾਸ਼ ਐਸਾ ਚਮਕੇ ਕਿ ਮਨੁੱਖ ਤੁਹਾਡੇ ਕੰਮਾਂ ਨੂੰ ਦੇਖ ਕੇ ਤੁਹਾਡੇ ਕੰਮਾਂ ਨੂੰ ਦੇਖ ਕੇ ਪਰਮੇਸ਼ਰ ਦੀ ਮਹਿਮਾ ਕਰ ਸਕਣ And now let us look at the story of King Herod. Whose fault was it that God killed him? ਤੇ ਆਪਾਂ ਹੀਰੋਦ ਰਾਜਾ ਦੀ ਕਹਾਣੀ ਨੂੰ ਫਿਰ ਤੋਂ ਦੇਖਦੇ ਹਾਂ ਕਿ ਜਿਹਦੀ ਉਸ ਗਲਤੀ ਦੇ ਕਰਕੇ ਉਹਦੇ ਉੱਪਰ ਪਨਿਸ਼ਮੈਂਟ ਆਈ ਉਹਦੇ ਉੱਪਰ ਸਜ਼ਾ ਆਈ ਤੇ ਉਹ ਮਰ ਗਿਆ
It was his ਮਾਰਿਆ own ਗਿਆ fault because he took the glory for himself. ਤੇ ਉਹਦੀ ਗੁਸਤਾਖੀ ਕਹਿ ਲਓ ਕਿ ਉਹਦੀ ਗਲਤੀ ਕੀ ਸੀਗੀ ਕਿ ਉਹਨੇ ਸਾਰੀ ਪਰਮੇਸ਼ਰ ਦੀ ਮਹਿਮਾ ਆਪਣੇ ਲਈ ਲੈ ਲਈ ਸੀਗੀ What caused Daniel to be blessed by God? ਤੇ ਜੋ Second ਦਾਨੀਅਲ statement. ਸੀਗਾ ਉਹ ਪਰਮੇਸ਼ਰ ਦੇ ਦੁਆਰਾ ਆਸ਼ੀਸ਼ਿਤ ਹੋਇਆ ਕੀ ਕਰਨ ਦੇ ਬਾਅਦ Because he gave God all the glory. ਕੀ ਕੀਤਾ ਸੀਗਾ ਦਾਨੀਅਲ ਨੇ ਕਿ ਉਹਨੇ ਪਰਮੇਸ਼ਰ ਨੂੰ ਮਹਿਮਾ ਦਿੱਤੀ ਸੀ But today, what we are studying is do all for God's glory. ਤੇ ਅੱਜ ਜੋ ਆਪਾਂ ਸਟੱਡੀ ਕਰ ਰਹੇ ਜੋ ਸਿੱਖ ਰਹੇ ਆ ਪੜ ਰਹੇ ਆ ਉਹ ਹੈ ਕਿ ਸਭ ਕੁਝ ਇਦਾਂ ਹੀ ਕਰਨਾ ਤੇ ਐਂ ਕਰਨਾ ਕਿ ਪਰਮੇਸ਼ਰ ਨੂੰ ਮਹਿਮਾ ਮਿਲੇ Not for what the next door neighbor is going to say or what a person sitting in church is going to say. It is for God. ਤੇ ਇਸ ਲਈ ਨਹੀਂ ਕਰਨਾ ਕਲੀਸਿਆ ਦੇ ਵਿੱਚ ਜਾਂ ਫਿਰ ਬਾਹਰ ਵੀ ਇਸ ਲਈ ਕੰਮ ਨਹੀਂ ਕਰਨੇ ਕਿ ਦੇਖੋ ਕਿ ਮਨੁੱਖ ਦੇ ਅੱਗੇ ਮਨੁੱਖਾਂ ਨੂੰ ਪਰੇਸ਼ਾਨ ਕਰਾਂ ਜਾਂ ਫਿਰ ਉਹ ਕੀ ਸੋਚਣਗੇ ਜੇ ਮੈਂ ਨਹੀਂ ਕਰਾਂਗਾ ਪਰ ਇਹਦੇ ਲਈ ਕਰਨਾ ਕਿ ਪਰਮੇਸ਼ਰ ਦੇਖ ਰਿਹਾ ਤੇ ਪਰਮੇਸ਼ਰ ਨੂੰ ਮਹਿਮਾ ਮਿਲੇ Let me read the scripture again for you. Isaiah 42 verse 8. I am the Lord, that is my name. ਤੇ ਮੈਨੂੰ ਇੱਕ ਵਾਰੀ ਫਿਰ ਤੋਂ ਮੈਂ ਯਸ਼ਾਇਆ ਦਾ ਇਹ ਵਚਨ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਮੈਂ ਪਰਮੇਸ਼ਰ ਹਾਂ ਮੇਰਾ ਨਾਮ ਯਹੋਵਾ ਹੈ ਤੇ ਮੈਂ ਹੀ ਪਰਮੇਸ਼ਰ ਉੱਥੇ ਲਿਖਿਆ ਹੈ I will not give my glory to another. ਤੇ ਉੱਥੇ ਲਿਖਿਆ ਕਿ ਮੈਂ ਆਪਣੀ ਮਹਿਮਾ ਕਿਸੇ ਨੂੰ ਵੀ ਨਹੀਂ ਦੇਵਾਂਗਾ Amen. ਆਮੀਨ So what we have to learn to do in everything that happens, look up and say, Father, thank you. I give you all the glory. I've got a good job. I've got a good wife. I've got a good husband. I've got good children. I've got whatever. God, thank you. ਤੇ ਆਪਾਂ ਨੂੰ ਇਸ ਕਹਾਣੀ ਤੋਂ ਇਹਨਾਂ ਸਾਰੀ ਟੀਚਿੰਗ ਦਾ ਆਪਾਂ ਕੀ ਸਿੱਖਣਾ ਹੈ ਕਿ ਜਦ ਵੀ ਆਪਣੀ ਜ਼ਿੰਦਗੀ 'ਚ ਕੁਝ ਵੀ ਆਪਾਂ ਕਰੀਏ ਜਾਂ ਫਿਰ ਕੁਝ ਵੀ ਹੋਏ ਤਾਂ ਆਪਾਂ ਨੂੰ ਸਭ ਤੋਂ ਪਹਿਲਾਂ ਕੀ ਕਰਨਾ ਹੈ ਕਿ ਆਪਣੇ ਪਰਮੇਸ਼ਰ ਨੂੰ ਧੰਨਵਾਦ ਕਰਨਾ ਹੈ ਕਿ ਪ੍ਰਭੂ ਤੇਰਾ ਧੰਨਵਾਦ ਹੋਏ ਇਸ ਜੌਬ ਦੇ ਲਈ ਮੇਰੇ ਹਸਬੰਡ ਦੇ ਲਈ ਮੇਰੇ ਲਾਈਫ ਪਾਰਟਨਰ ਦੇ ਲਈ ਜਿੰਨੀ ਵੀ ਸਭ ਕੁਝ ਆਪਾਂ ਜੋ ਕਰਦੇ ਹਾਂ ਉਹਦੇ ਲਈ ਤੇਰਾ ਸ਼ੁਕਰ ਹੋਏ We have spoken about a lot of things what we can do in church. ਤੇ ਆਪਾਂ ਬਹੁਤ ਸਾਰੀ ਗੱਲਾਂ ਕੀਤੀਆਂ ਜਿਹਦੇ ਬਾਰੇ ਕਿ ਚਰਚ ਦੇ ਵਿੱਚ ਕੀ ਕੁਝ ਹੁੰਦਾ ਹੈ Think about all these things and ask yourself the question, am I doing this? Am I giving God the glory in all that I do in church? ਤੇ ਉਹ ਸਾਰੀ ਚੀਜ਼ਾਂ ਆਪਣੇ ਮਾਈਂਡ ਦੇ ਵਿੱਚ ਲੈ ਕੇ ਤੇ ਸੋਚ ਕੇ ਕਿ ਜੋ ਆਪਾਂ ਹਰ ਇੱਕ ਜਨ ਆਪਣੇ ਵਿੱਚੋਂ ਚਰਚ ਦੇ ਵਿੱਚ ਕਰਦਾ ਹੈ ਜਾਂ ਕਰਦੇ ਆ ਰਿਹਾ ਤੇ ਅੱਜ ਸੋਚ ਕੇ ਦੇਖਣਾ ਉਹਦੇ ਉੱਪਰ ਆਪਾਂ ਬੈਠ ਕੇ ਸੋਚੀਏ ਕਿ ਕੀ ਉਹ ਪਰਮੇਸ਼ਰ ਦੇ ਲਈ ਹੈ ਕਿ ਉਹ ਪਰਮੇਸ਼ਰ ਨੂੰ ਮਹਿਮਾ ਦੇ ਰਹੇ ਹੈ The answer is with every one of you. You know the answer. You know what you are doing. ਕਿ ਜਿਹੜਾ ਜਵਾਬ ਹੈ ਉਹ ਤੁਸੀਂ ਸਾਰੇ ਦਵੋਗੇ ਕਿਉਂਕਿ ਤੁਸੀਂ ਜਾਣਦੇ ਹੋਗੇ ਲੋਕੀ ਜਾਂ ਫਿਰ ਆਪਾਂ ਕੀ ਕਰ ਰਹੇ ਹਾਂ So before we finish this lesson, I just want to say one thing. ਤੇ ਇਸ Whatever ਨੂੰ you do, ਖਤਮ ਕਰਨ ਤੋਂ ਪਹਿਲਾਂ ਮੈਂ ਇੱਕ ਚੀਜ਼ ਕਹੂੰਗਾ whatever you do, ਕਿ ਜੋ ਕੁਝ ਵੀ ਤੁਸੀਂ ਕਰਦੇ ਹੋ let us do it for the glory of God. ਤੇ ਉਹ ਪਰਮੇਸ਼ਰ ਦੀ ਮਹਿਮਾ ਦੇ ਲਈ ਕਰਨਾ ਹੈ ਪਰਮੇਸ਼ਰ ਦੇ ਮਹਿਮਾ ਦੇ ਲਈ ਕਰੀ Stamp this line. Let us do it for the glory of God. Stamp it on your body so you will remember it. ਤੇ ਇਸ ਜੋ ਮੈਂ ਹੁਣ ਲਾਸਟ ਦੇ ਵਿੱਚ ਜੋ ਮੈਂ ਕਿਹਾ ਹੈ ਇਸ ਲਾਈਨ ਨੂੰ ਇੱਥੇ ਮੋਹਰ ਲਗਾ ਲਓ ਆਪਣੇ ਹਿਰਦੇ ਦੇ ਉੱਤੇ ਆਪਣੇ ਮਨ ਦੇ ਉੱਤੇ ਮੋਹਰ ਲਗਾ ਲਓ ਕਿ ਜੋ ਕੁਝ ਵੀ ਤੁਸੀਂ ਕਰੋ ਉਹ ਪਰਮੇਸ਼ਰ ਦੀ ਮਹਿਮਾ ਦੇ ਲਈ ਕਰਨਾ ਹੈ Whenever you're doing anything in church, remember, who am I doing this for? ਤੇ ਜਦ ਵੀ ਤੁਸੀਂ ਕੁਝ ਵੀ ਕਲੀਸਿਆ ਦੇ ਵਿੱਚ ਕਰਦੇ ਸਭ ਤੋਂ ਪਹਿਲਾਂ ਤੁਹਾਡਾ ਕੀ ਲੈ ਕੇ ਆਣਾ ਸਭ ਤੋਂ ਪਹਿਲਾਂ ਕੀ ਸੋਚਣਾ ਹੈ ਕਿ ਮੈਂ ਪਰਮੇਸ਼ਰ ਦੇ ਲਈ ਇਹ ਕਰ ਰਿਹਾ ਮੈਂ ਕਿਹਦੇ ਲਈ ਕਰ ਰਿਹਾ ਹੈ When you understand that you are doing it for God, you will be having a smile on your face. ਤੇ ਜਦ ਤੁਹਾਨੂੰ ਇਹ ਗੱਲ ਸਮਝ ਆ ਜਾਏਗੀ ਆਪਣੇ ਦਿਲ ਦੇ ਵਿੱਚ ਕਿ ਮੈਂ ਪਰਮੇਸ਼ਰ ਦੇ ਲਈ ਕਰ ਰਿਹਾ ਚਾਹੇ ਕੋਈ ਦੇਖ ਰਿਹਾ ਨਹੀਂ ਦੇਖ ਰਿਹਾ ਤੇ ਉਸੇ ਸਮੇਂ ਤੁਹਾਡੇ ਇੱਕ ਫੇਸ ਤੇ ਸਮਾਈਲ ਆ ਜਾਏਗੀ Amen. Amen, amen. So let us all say together, let us ਚਲੋ do it ਸਾਰੇ ਮਿਲ ਕੇ ਬੋਲਦੇ for ਹਾਂ the glory of God. ਕਿ ਸਭ ਕੁਝ ਪਰਮੇਸ਼ਰ ਦੀ ਮਹਿਮਾ ਦੇ ਲਈ ਕਰੀਏ Amen. ਆਮੇਨ Amen. Amen. So we're going to Amen. finish this teaching now. I'm just going to stop the recording. ਤੇ ਮੈਂ ਫਿਨਿਸ਼ ਕਰਦਾ ਤੇ ਮੈਂ ਰਿਕਾਰਡਿੰਗ ਰੋਕ ਦੇਣਾ ਇੱਥੇ